ਹੁਣ ਸਾਡੇ ਨਾਲ ਇੱਕ ਹੋਰ ਗੈਸਟ ਪਰਮਿੰਦਰ ਸਿੰਘ ਜੁੜ ਚੁੱਕੇ ਨੇ। ਪਰਮਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ ਸ਼ੋਅ ਵਿੱਚ। ਥੈਂਕ ਯੂ ਜੀ। ਜਿੱਦਾਂ ਕਿ ਅਸੀਂ ਗੱਲਬਾਤ ਕਰ ਰਹੇ ਸੀ ਫੇਕ ਕਾਲਾਂ ਵਾਸਤੇ, ਕਦੀ CRA ਦੇ ਨਾਂ ਤੋਂ, ਕਦੀ ਇਮੀਗ੍ਰੇਸ਼ਨ ਦੇ ਨਾਂ ਤੋਂ, ਤੇ ਹਮੇਸ਼ਾ ਹੀ ਜਿਹੜਾ ਵੀ ਕਾਲ ਚੱਕਦਾ ਹੈ ਉਹਨੂੰ ਡਰਾ ਕੇ ਪੈਸੇ ਭੇਜਣ ਵਾਸਤੇ ਆਖਿਆ ਜਾਂਦਾ ਵਾ। ਪੈਸੇ ਵੀ ਭੇਜਣ ਦਾ ਜਿਹੜਾ ਜਰੀਆ ਵਾ ਵੈਸਟਰਨ ਯੂਨੀਅਨ ਜਾਂ ਮਨੀਗ੍ਰਾਮ ਤੋਂ ਹੀ ਆਖਿਆ ਜਾਂਦਾ ਵਾ। ਪਰਮਿੰਦਰ ਸਿੰਘ ਜੀ, ਕੀ ਕਹਿਣਾ ਚਾਹੋਗੇ ਇਹਨਾਂ ਹਾਦਸਿਆਂ ਬਾਰੇ? ਹਰਪ੍ਰੀਤ ਜੀ, ਪਿਛਲੇ ਕੁਝ ਸਮੇਂ ਤੋਂ ਚਾਹੇ ਇਮੀਗ੍ਰੇਸ਼ਨ ਡਿਪਾਰਟਮੈਂਟ ਹੋਵੇ, ਚਾਹੇ ਜਿਹੜੇ ਸਾਡੇ ਹੈਗੇ ਆ CRA ਹੈਗਾ, ਉਹਨਾਂ ਵੱਲੋਂ ਸਮੇਂ-ਸਮੇਂ ਦੇ ਉੱਤੇ ਜਿਹੜੀਆਂ ਵਾਰਨਿੰਗਸ ਹੈਗੀਆਂ ਉਹ ਇਸ਼ੂ ਕੀਤੀਆਂ ਜਾਂਦੀਆਂ ਰਹੀਆਂ ਆ। ਔਰ ਹੁਣ ਵੀ ਉਹਨਾਂ ਵੱਲੋਂ ਪਿੱਛੇ ਜੇ ਵੀ ਦੁਬਾਰਾ ਫਿਰ ਇਸ਼ੂ ਜਿਹੜੀਆਂ ਵਾਰਨਿੰਗਸ ਸੀਗੀਆਂ ਇਸ਼ੂ ਕੀਤੀਆਂ ਗਈਆਂ ਆ। ਚਾਹੇ ਪੁਲਿਸ ਸਰਵਿਸਿਜ਼ ਹੋਣ, ਉਹਨਾਂ ਵੱਲੋਂ ਵੀ ਜਿਹੜੀਆਂ ਕੋਈ ਨਾ ਕੋਈ ਜਿਹੜੀਆਂ ਵਾਰਨਿੰਗਸ ਇੱਦਾਂ ਦੀਆਂ ਇਸ਼ੂ ਕੀਤੀਆਂ ਗਈਆਂ ਸੀਗੀਆਂ। ਅਸੀਂ ਕੈਲਗਰੀ ਦੀ ਗੱਲ ਕਰ ਲਈਏ, ਉੱਥੇ ਕਾਫੀ ਜ਼ਿਆਦਾ ਫਰਾਡ ਹੋਏ ਸੀਗੇ ਇੱਦਾਂ ਦੇ। ਉਸ ਤੋਂ ਇਲਾਵਾ ਜੇ ਅਸੀਂ ਹੁਣ ਅੱਜ ਅਸੀਂ ਇੱਥੇ GTA ਦੀ ਗੱਲ ਕੀਤੀ ਆ, ਬਰੈਂਪਟਨ ਦੇ ਵਿੱਚ ਆਲਰੇਡੀ ਅੱਜ ਹੀ ਇੱਕ ਕਾਲ ਆਈ ਆ। ਸੋ ਗੱਲ ਹੈਗੀ ਹੈ ਕਿ ਇਹ ਕੰਸਿਸਟੈਂਟਲੀ ਚੱਲਦਾ ਜਾ ਰਿਹਾ ਹੈ, ਕਦੀ ਔਨ ਐਂਡ ਆਫ, ਮਤਲਬ ਕਦੀ ਕਿਤੇ ਉਹ ਹਰ ਕੋਈ ਓਪਰਚੁਨਿਟੀ ਲੱਭਦਾ ਪਿਆ ਵੀ ਸਾਨੂੰ ਕਿਤੇ ਮੌਕਾ ਮਿਲ ਜੇ ਕਿ ਇਹ ਅਸੀਂ ਜਿਹੜੇ ਕੋਈ ਵੀ ਚਾਹੇ ਸੀਨੀਅਰਸ ਹੈਗੇ ਆ ਜਾਂ ਕੋਈ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੈਗੇ, ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਹੁਣ ਜਾਂ ਤੇ ਅਸੀਂ ਧਿਆਨ ਨਹੀਂ ਦਿੰਦੇ ਕਿਉਂਕਿ ਅਸੀਂ ਜਿਹੜੇ ਥੋੜ੍ਹੇ ਐਜੂਕੇਟਿਡ ਹੈਗੇ ਉਹਨਾਂ ਨੂੰ ਉਹ ਮਤਲਬ ਉਹ ਕਹਿੰਦੇ ਕਿ ਯਾਰ ਫੇਕ ਕਾਲ ਹੀ ਹੋਣੀ ਆ, ਉਹ ਉਸ ਵੇਲੇ ਕੱਟ ਦਿੰਦੇ ਆ। ਪਰ ਜਿਹੜੇ ਸਾਡੇ ਸੀਨੀਅਰਸ ਹੈਗੇ ਆ ਜਾਂ ਸਾਡੇ ਥੋੜ੍ਹੇ ਫੈਮਿਲੀ 'ਚ ਘੱਟ ਪੜ੍ਹੇ ਲਿਖੇ ਹੁੰਦੇ ਆ, ਉਹ ਸੋਚਦੇ ਕਿ ਸ਼ਾਇਦ ਇਹ ਕੁਛ ਮਾਮਲਾ ਸੀਰੀਅਸ ਹੋਵੇ। ਉਹਨਾਂ ਨੂੰ ਅਗਰ ਰੂਲਸ ਐਂਡ ਰੈਗੂਲੇਸ਼ਨਸ ਦਾ ਨਾ ਪਤਾ ਹੋਵੇ ਤੇ ਉਹ ਉਸ ਨੂੰ ਸੀਰੀਅਸਲੀ ਲੈ ਲੈਂਦੇ ਆ, ਤੇ ਕਈ ਵਾਰੀ ਇੱਦਾਂ ਦੇ ਫਰਾਡ ਦੇ ਵਿੱਚ ਉਹ ਜਿਹੜੇ ਉਹਨਾਂ ਦਾ ਨੁਕਸਾਨ ਹੋ ਜਾਂਦਾ ਆ। ਕੈਲਗਰੀ ਦੇ ਵਿੱਚ ਅਸੀਂ ਇੱਕ ਕੇਸ ਜਾਣਦੇ ਆ, ਉੱਥੇ ਇੱਕ ਲੜਕੀ ਦੇ ਨਾਲ $3500 ਦਾ ਫਰਾਡ ਹੋਇਆ ਸੀਗਾ ਇਸੇ ਤਰੀਕੇ ਦੇ ਨਾਲ। ਸੋ ਇਹਦੇ ਵਿੱਚ ਇਹ ਵੀ ਨਹੀਂ ਹੈਗਾ ਕਿ ਅਸੀਂ ਕਹੀਏ ਵੀ ਟਾਰਗੇਟਡ ਅਟੈਕ ਹੈਗੇ ਆ। ਕਈ ਜਗ੍ਹਾ ਤੇ ਵੈਨਕੂਵਰ ਦੇ ਇੱਕ ਪੁਲਿਸ ਆਫਿਸਰ ਨੂੰ ਕਾਲ ਆਈ ਸੀਗੀ। ਸੋ ਅਸੀਂ ਜਿਹੜੇ ਇਹ ਪੈਟਰਨ ਅਗਰ ਦੇਖੀਏ ਕੋਈ ਮੈਚ ਨਹੀਂ ਕਰਦਾ ਪਿਆ ਕਿਤੇ ਪਾਸੇ ਵੀ। ਪਰਮਿੰਦਰ ਜੀ, ਜੇ ਆਪਾਂ ਵੇਖੀਏ ਤੇ ਜਿਹੜੇ ਫੇਕ ਕਾਲ ਨੇ ਖਾਸ ਕਰਕੇ ਸਾਊਥ ਏਸ਼ੀਅਨ ਭਾਈਚਾਰੇ ਨੂੰ ਕੀਤੇ ਜਾ ਰਹੇ ਨੇ। ਹਰਨਿਆ ਜੀ, ਪਰਮਿੰਦਰ ਸਿੰਘ ਜੀ ਬਾਰ-ਬਾਰ ਐਜੂਕੇਸ਼ਨ ਦੀ ਗੱਲ ਕਰ ਰਹੇ ਸੀ, ਕਹਿ ਰਹੇ ਸੀ ਜਿਹੜੇ ਪੜ੍ਹੇ ਲਿਖੇ ਨਹੀਂ ਹੈ ਜਾਂ ਸੀਨੀਅਰ ਸਿਟੀਜ਼ਨ ਨੇ ਉਹਨਾਂ ਨਾਲ ਇਹ ਹੋ ਰਿਹਾ। ਪਰ ਮੈਂ ਇੱਕ ਕੇਸ ਸਟੂਡੈਂਟਸ ਨਾਲ ਵੀ ਵੇਖੇ ਆ। ਮੈਂ ਇੱਥੇ ਇੰਟਰਨੈਸ਼ਨਲ ਸਟੂਡੈਂਟ ਦਾ ਜਿਨ੍ਹਾਂ ਦੀ ਪਰਮਿੰਦਰ ਸਿੰਘ ਜੀ ਨੇ ਐਗਜ਼ਾਮਪਲ ਦਿੱਤਾ, ਉਹ ਕੁੜੀ ਇੰਟਰਨੈਸ਼ਨਲ ਸਟੂਡੈਂਟ ਸੀ, ਇੱਥੇ ਪੜ੍ਹਦੀ ਪਈ ਸੀ, ਸੌਰੀ ਇੱਥੋਂ ਬੈਚਲਰਸ ਕੀਤੀ ਸੀ ਉਹਨੇ, ਉਸ ਤੋਂ ਬਾਅਦ ਜੌਬ ਕਰਦੀ ਪਈ ਸੀ। ਉਹਨੂੰ ਕਾਲ ਗਈ, ਇਹ ਕਿਹਾ ਗਿਆ ਕਿ ਅਸੀਂ ਇਮੀਗ੍ਰੇਸ਼ਨ ਡਿਪਾਰਟਮੈਂਟ ਤੋਂ ਬੋਲ ਰਹੇ ਹਾਂ, ਤੇਰਾ ਵਰਕ ਪਰਮਿਟ ਕੈਂਸਲ ਕਰਵਾ ਦਾਂਗੇ, ਅਦਰਵਾਈਜ਼ ਤੂੰ $3200 ਜਮ੍ਹਾਂ ਕਰਾ। ਹੁਣ ਜਦੋਂ ਆਪਾਂ ਪੜ੍ਹੇ ਲਿਖੇ ਦੀ ਗੱਲ ਕਰੀਏ ਜਾਂ ਇਹ ਕਰੀਏ ਘੱਟ ਪੜ੍ਹੇ ਲਿਖੇ ਦੀ, ਹਰਿਆਣਾ ਜੀ ਇਹਨੇ ਤੇ ਬੈਚਲਰ ਕੀਤੀ ਹੋਈ ਸੀ, ਇਹ ਗਈ ਵੈਸਟਰਨ ਯੂਨੀਅਨ $3200 ਜਮ੍ਹਾਂ ਕਰਾਈ। ਇਹਨੇ ਪਹਿਲਾਂ ਇਹ ਨਹੀਂ ਸੋਚਿਆ ਕਿ ਵੈਸਟਰਨ ਯੂਨੀਅਨ ਤੇ ਕੋਈ ਗਵਰਨਮੈਂਟ ਏਜੰਸੀਜ਼ ਦਾ ਪੇਮੈਂਟ ਮੋਡ ਹੀ ਨਹੀਂ ਹੈਗਾ, ਪਰ ਗਈ ਸਿਰਫ ਵਰਕ ਪਰਮਿਟ ਕੈਂਸਲ ਹੋਣ ਦੇ ਨਾਤੇ, ਇੱਕ ਡਰ ਦੇ ਨਾਤੇ $3200 ਜਮ੍ਹਾਂ ਕਰਾਈ। जी बिल्कुल हरप्रीत जी, मैनूं लगता है कि सिर्फ एजुकेशन जो है वो इत्थे रोल अपना नहीं प्ले करती, कॉमन सेंस जिहड़ी है वो बहुत ज़्यादा तुहानूं वरतनी पैंदी है, क्योंकि कई चीज़ां कुछ लाइफ के एक्सपीरियंसिस इदां जे होंदे हैं जिहड़े तुहानूं एजुकेशन कल्ले हेल्प नहीं कर सकदी। तुहानूं देखना पैना, सोचना पैना है, सिचुएशन अते सर्कमस्टांसिस नूं इवैलूएट करना पैना है, उन्हां नूं नापना ते तोलना पैना, उस तो बाद कोई कदम चुकना चाहिदा है। तुसीं गल इत्थे कीती है $3000 तो भी उपर जिहड़े ने वो जाके पैसे दे मैडम, उन्हां नूं पहिलां $500 की गल होए, $100 की भी गल होए, असीं दो वारी सोचते हैं। जिवें असीं पहलां गल कीती सी कि इमीग्रेशन अते जिहड़े कि CRA है उन्हां वल्लों स्कैम कीते जा रहे हैं, पर इमीग्रेशन अते CRA वल्लों वड्डे स्कैम कीते जा रहे हैं, जिथे 4000 5000 6000 3000 2000 या 2000 तो घट की लागत मंगी जाती है, पैसे मंगे जाते हैं। पर BC हाइड्रो ते छोटियां जिहड़ियां लोकल हाइड्रो कंपनीज़ ने उन्हां वल्लों भी कॉल करके छोटे 150 200 250 के भी स्कैम किए जा रहे हैं, जो कि उन्होंने जाके $3000 ਜਿਹੜੇ ਹਨ ਜਮ੍ਹਾਂ ਕਰਾਤੇ। ਸਭ ਤੋਂ ਪਹਿਲਾਂ ਗਲਤੀ ਉਹਨਾਂ ਦੀ ਇਹ ਹੋਈ ਕਿ ਉਹਨਾਂ ਨੇ ਕਿਸੇ ਨੂੰ ਕੰਸਲਟ ਹੀ ਨਹੀਂ ਕੀਤਾ। ਤੁਸੀਂ ਆਪਣੇ ਦੋਸਤ ਨੂੰ ਕਾਲ ਕਰੋ, ਆਪਣੇ ਬੈਸਟ ਫਰੈਂਡ ਨੂੰ ਕਾਲ ਕਰੋ, ਉਹਨਾਂ ਦੇ ਫਾਦਰ ਸਾਹਿਬ ਨਾਲ ਗੱਲ ਕਰੋ। ਜੇ ਤੁਸੀਂ ਨਏ ਹੋ, ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ, ਉਸ ਤੋਂ ਬਾਅਦ ਤੁਸੀਂ ਜੌਬ ਲੱਭੀ ਹੈ, ਕਿਸੇ ਨਾ ਕਿਸੇ ਤੋਂ ਜਾਣਕਾਰੀ ਸਾਂਝੀ ਕਰਨੀ ਬਹੁਤ ਜ਼ਰੂਰੀ ਹੈ। ਗੱਲ ਇਹ ਹੋ ਜਾਂਦੀ ਹੈ ਕਿ ਉਹ ਡਰ ਜਾਂਦੇ ਨੇ, ਕਿ ਅਸੀਂ ਕਿਸੇ ਨਾਲ ਜਾਣਕਾਰੀ ਸ਼ੇਅਰ ਕੀਤੀ, ਕਿਉਂਕਿ ਜਿਹੜਾ ਫੋਨ ਕਰ ਰਿਹਾ ਉਹ ਵੀ ਡਰਾ ਰਿਹਾ ਹੈ ਕਿ ਇਹ ਜਿਹੜੀ ਜਾਣਕਾਰੀ ਹੈ ਤੁਸੀਂ ਕਿਸੇ ਦੇ ਨਾਲ ਸ਼ੇਅਰ ਨਾ ਕਰੋ। ਪਲੱਸ ਉਹ ਆਪਣਾ ਦਿਮਾਗ ਵੀ ਵਰਤ ਨਹੀਂ ਪਾਉਂਦੇ, ਉਹ ਕਹਿੰਦੇ ਕਿ ਹਾਏ ਮੇਰਾ ਕੇਸ ਹੋਰ ਹੀ ਨਾ ਖਰਾਬ ਹੋ ਜਾਏ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਲੱਭਦੇ ਹੀ ਉਹ ਜਿਹੇ ਬੰਦੇ ਹਨ ਜਿਨ੍ਹਾਂ ਨੂੰ ਗੁੰਮਰਾਹ ਕਰ ਸਕਦੇ ਹਨ, ਜਿਹੜੇ ਵਲਨਰੇਬਲ ਟੂ ਦ ਸੁਸਾਇਟੀ ਹਨ ਇਹਨਾਂ ਸਿਚੁਏਸ਼ਨਸ ਲਈ। ਮੈਂ ਥੋੜ੍ਹੇ ਜਿਹੇ ਆંકੜੇ ਜਿਹੜੇ ਨੇ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦੀ ਹਾਂ
ਕਿਹਾ ਜਾ ਰਿਹਾ ਹੈ, ਇਹ ਸਟੈਟਸ ਕੈਨੇਡਾ ਹੀ ਰਿਪੋਰਟ ਹੈ। ਸਟੈਟਸ ਕੈਨੇਡਾ ਅਨੁਸਾਰ ਜਦ ਉਹਨਾਂ ਨੇ CIAC ਨੂੰ, ਜੋ ਕਿ ਕਰੈਕਸ਼ਨਲ ਡਿਵੀਜ਼ਨ ਹੈ ਡਿਪਾਰਟਮੈਂਟ, ਉਹਨਾਂ ਨਾਲ ਗੱਲਬਾਤ ਕੀਤੀ ਸੀ ਕਿ 2011 ਤੇ 12 ਦੇ ਵਿਚਕਾਰ ਅਜਿਹੇ ਜਿਹੜੇ ਫੋਨ ਕਾਲਸ ਨੇ ਕਾਫੀ ਹਾਈਲਾਈਟ ਹੋਣੇ ਸ਼ੁਰੂ ਹੋ ਗਏ ਸਨ। 2012 ਵਿੱਚ ਓਨਟਾਰੀਓ ਵਿੱਚ ਕਰੀਬ 6 ਤੋਂ 7 ਕੇਸਿਸ ਰਿਪੋਰਟ ਕੀਤੇ ਗਏ ਸਨ। 2013 ਵਿੱਚ ਕਰੀਬ 16 ਤੋਂ 17 ਕੇਸਿਸ ਰਿਪੋਰਟ ਕੀਤੇ ਗਏ। 2014 ਵਿੱਚ ਤੁਸੀਂ ਮੰਨੋਗੇ ਨਹੀਂ, 2014 ਵਿੱਚ 80 ਕੇਸਿਸ ਰਿਪੋਰਟ ਕੀਤੇ ਗਏ ਓਨਟਾਰੀਓ ਦੇ ਵਿੱਚ। ਤੇ ਅਜੇ ਇਸ ਸਾਲ ਪੂਰਾ ਖਤਮ ਵੀ ਨਹੀਂ ਹੋਇਆ ਤੇ ਉਹਨਾਂ ਕੋਲ 300 ਤੋਂ ਵੀ ਉੱਪਰ ਅਜਿਹੇ ਕੇਸਿਸ ਰਿਪੋਰਟ ਕੀਤੇ ਗਏ ਹਨ ਜਿਨ੍ਹਾਂ 'ਚ ਸਿਰਫ ਕਾਲਸ ਆ ਰਹੀਆਂ ਹਨ। ਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ $1 ਲੱਖ ਤੋਂ ਉੱਪਰ ਲੋਕੀ ਆਲਰੇਡੀ ਆਪਣਾ ਪੈਸਾ ਗਵਾ ਚੁੱਕੇ ਹਨ ਡਿਫਰੈਂਟ ਏਰੀਆਜ਼ ਤੋਂ, ਡਿਫਰੈਂਟ ਇਲਾਕਿਆਂ ਤੋਂ ਇਹਨਾਂ ਲੋਕਾਂ ਨੂੰ ਦਿੰਦੇ ਹੋਏ। ਤੇ ਇਹ ਇੱਕ ਬਹੁਤ ਹੀ ਗੰਭੀਰ ਸਮੱਸਿਆ ਹੈ। ਹਰਪ੍ਰੀਤ ਜੀ, ਮੇਰਾ ਦੂਜਾ ਸਵਾਲ ਇਹ ਹੈ ਕਿ ਪੁਲਿਸ ਇਹ ਕਹਿੰਦੀ ਹੈ ਉਹਨਾਂ ਵੱਲੋਂ ਜਿਹੜੀ ਵਾਰਨਿੰਗ ਹੈ ਉਹ ਜਾਰੀ ਕਰ ਦਿੱਤੀ ਜਾਂਦੀ ਹੈ। ਇਮੀਗ੍ਰੇਸ਼ਨ ਕੈਨੇਡਾ ਵੱਲੋਂ ਵੀ ਮਤਲਬ ਕਿ ਇਸ ਬਾਰੇ ਜਿਹੜੀ ਸਟੇਟਮੈਂਟ ਹੈ ਦਿੱਤੀ ਗਈ ਹੈ ਕਿ ਸਾਨੂੰ ਪਤਾ ਲੱਗਾ ਹੈ ਬੜੇ ਸਾਰੇ ਕੇਸਿਸ ਰਿਪੋਰਟ ਕੀਤੇ ਜਾ ਰਹੇ ਹਨ। ਸਵਾਲ ਇਹ ਖੜਾ ਹੁੰਦਾ ਕਿ ਉਹ ਇਹਦੇ ਲਈ ਕੀ ਕਰ ਰਹੇ ਹਨ? ਸਿਰਫ ਇੱਕ ਵਾਰਨਿੰਗ ਆਪਣੀ ਵੈਬਸਾਈਟ ਤੇ ਜਿਹੜੀ ਹੈ ਦੇ ਦੇਣਾ, ਉਹ ਸਿਰਫ ਇਨਫ ਹੈ? ਨੇਹਾ ਜੀ, ਗੁੱਡ ਕੁਐਸਚਨ ਹੈ ਤੁਹਾਡਾ ਕਿ ਪੁਲਿਸ ਵਿੱਚ ਕੀ ਕਰ ਰਹੀ ਹੈ। ਪਰ ਆਪਾਂ ਜੇ ਵੇਖੀਏ ਤਾਂ ਪੁਲਿਸ ਜਾਂ ਦੂਜੇ ਜਿਹੜੇ ਕ੍ਰਿਮੀਨਲ ਜਾਂ ਜਸਟਿਸ ਡਿਪਾਰਟਮੈਂਟ ਰਹਿੰਦੇ ਆ, ਉਹਨਾਂ ਦੀ ਹੋਰ ਵੀ ਬਹੁਤ ਜ਼ਿੰਮੇਵਾਰੀਆਂ ਹੁੰਦੀਆਂ ਵਾ। ਤੇ ਇੱਕ ਸ਼ਾਇਦ ਮਾਈਨਰ ਦੀ ਚੀਜ਼ ਹੋ ਜਾਂਦੀ ਉਹਨਾਂ ਵਾਸਤੇ, ਸ਼ਾਇਦ ਉੱਤੇ ਆਪਣੇ ਰਿਸੋਰਸਿਸ ਨਹੀਂ ਲਾ ਪਾਉਂਦੇ। ਪਰ ਆਪਾਂ ਆਪ ਮੀਡੀਆ ਦੇ ਥਰੂ ਤੇ ਜਿਹੜੇ ਆਪਾਂ ਆਪ ਆਪਣੀ ਜੇ ਕਿ ਨਾ ਹਾਦਸਾ ਹੋਇਆ ਹੋਏ ਜਾਂ ਇਨਸੀਡੈਂਟ ਵਾਪਰਿਆ ਹੋਏ, ਆਪਾਂ ਆਪ ਗੱਲਾਂ ਬਾਤਾਂ ਕਰਕੇ ਇੱਕ ਦੂਜੇ ਨੂੰ ਐਜੂਕੇਟ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਕਿ ਤੁਸੀਂ ਜੋ ਆਪਾਂ ਗੱਲ ਕਰ ਰਹੇ, ਜਦੋਂ ਵੀ ਇਹ ਕਾਲ ਆਉਂਦੀ ਹੈ ਕਿੱਦਾਂ ਪਛਾਣਨਾ ਹੈ ਕਿ ਇਹ ਫੇਕ ਕਾਲ ਆ, ਇਹ ਰੀਅਲ ਕਾਲ ਆ? ਪਰਮਿੰਦਰ ਜੀ। ਹਰਪ੍ਰੀਤ ਜੀ, ਬਹੁਤ ਸਾਰੇ ਤਰੀਕੇ ਇਹਦੇ ਵਿੱਚ ਹੈਗੇ ਆ। ਪਹਿਲਾਂ ਤੇ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਦੋਂ ਵੀ ਤੁਹਾਨੂੰ ਇੱਥੋਂ ਕਾਲ ਆਉਂਦੀ ਆ, ਉਹ ਆਪਣੇ ਆਪ ਨੂੰ ਆਇਡੈਂਟੀਫਾਈ ਕਰਦੇ ਆ ਕਿ ਹਾਂਜੀ ਮੈਂ ਫਲਾਣੇ ਡਿਪਾਰਟਮੈਂਟ ਤੋਂ ਬੋਲ ਰਿਹਾ। ਪਹਿਲੀ ਗੱਲ ਤੇ ਵੈਸੇ ਜਿੰਨੇ ਵੀ ਡਿਪਾਰਟਮੈਂਟਸ ਹੈਗੇ ਆ, ਚਾਹੇ ਅਸੀਂ ਇਮੀਗ੍ਰੇਸ਼ਨ ਡਿਪਾਰਟਮੈਂਟ ਲੈ ਲਈਏ, ਚਾਹੇ CRA ਹੈਗਾ ਆ, ਕੋਈ ਵੀ ਡਿਪਾਰਟਮੈਂਟ ਤੁਹਾਨੂੰ ਕਾਲ ਨਹੀਂ ਕਰਦਾ। ਉਹ ਤੁਹਾਨੂੰ ਪ੍ਰੋਪਰ ਈਮੇਲ ਜਾਂ ਪ੍ਰੋਪਰ ਜਿਹੜੀ ਮੇਲ ਆਉਂਦੀ ਹੈਗੀ ਹੈ, ਲੈਟਰਸ ਦੇ ਜਿਹੜੀਆਂ ਹੈਗੀਆਂ ਕੈਨੇਡਾ ਪੋਸਟ ਦੇ ਥਰੂ, ਉਹ ਮੇਲ ਦੇ ਥਰੂ ਤੁਹਾਨੂੰ ਕੋਈ ਵੀ ਕੋਰਸਪੋਂਡੈਂਸ ਜਿਹੜੀ ਆ ਹੁੰਦੀ ਆ। ਫੋਨ ਦੇ ਥਰੂ ਕਦੀ ਵੀ ਹਮੇਸ਼ਾ ਜਿਹੜੀ ਵੀ ਵੈਬਸਾਈਟ ਤੁਸੀਂ ਜਾਓਗੇ, ਚਾਹੇ ਤੁਸੀਂ CRA ਦੀ ਵੈਬਸਾਈਟ ਤੇ ਚਲ ਜਾਓ, ਚਾਹੇ ਤੁਸੀਂ ਇਮੀਗ੍ਰੇਸ਼ਨ ਕੈਨੇਡਾ ਦੀ ਵੈਬਸਾਈਟ ਤੇ ਚਲ ਜਾਓ, ਉੱਥੇ ਉਹਨਾਂ ਨੇ ਸਾਫ਼ ਲਿਖਿਆ ਹੋਇਆ ਕਿ ਅਸੀਂ ਤੁਹਾਨੂੰ ਕਾਲ ਨਹੀਂ ਕਰਦੇ ਅੰਟਿਲ ਔਰ ਅਨਲੈਸ ਤੁਹਾਨੂੰ ਪਹਿਲਾਂ ਅਸੀਂ ਦੱਸਿਆ ਹੋਵੇ, ਈਮੇਲ ਦੇ ਥਰੂ ਦੱਸਿਆ ਗਿਆ ਹੋਵੇ, ਜਾਂ ਤੁਹਾਨੂੰ ਅਸੀਂ ਪਹਿਲਾਂ ਮੇਲ ਭੇਜ ਕੇ ਦੱਸਿਆ ਹੋਵੇ ਕਿ ਅਸੀਂ ਤੁਹਾਨੂੰ ਕਾਲ ਕਰਨੀ ਆ ਐਂਡ ਉਹ ਕਿਹੜੇ ਕੋਰਸਪੋਂਡੈਂਸ ਦੇ ਲਈ ਹੋਣੀ ਆ। ਸੋ ਸਭ ਤੋਂ ਪਹਿਲਾ ਪੁਆਇੰਟ ਇਹੀ ਆ ਕਿ ਹਰਪ੍ਰੀਤ ਜੀ, ਇਹ ਕੋਈ ਵੀ ਸਾਨੂੰ ਕਾਲ ਨਹੀਂ ਆ ਸਕਦੀ ਹੈ ਇਹਨਾਂ ਡਿਪਾਰਟਮੈਂਟਸ ਤੋਂ। ਦੂਜੀ ਗੱਲ ਹੈਗੀ ਆ, ਅਗਰ ਤੁਹਾਨੂੰ ਕਾਲ ਆਂਦੀ ਹੈਗੀ ਆ, ਉਹ ਬੰਦੇ ਤੁਹਾਨੂੰ ਉਹ ਆਪਣੇ ਆਪ ਨੂੰ ਆਇਡੈਂਟੀਫਾਈ ਕਰਦੇ ਆ। ਤੇ ਦੂਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਦੀ ਆਇਡੈਂਟੀਫਿਕੇਸ਼ਨ ਪੁੱਛੋ ਕਿ ਹਾਂਜੀ ਉਹਨਾਂ ਕੋਲ ਕਿਹੜੀ ਇਨਫੋਰਮੇਸ਼ਨ ਹੈਗੀ ਆ ਤੁਹਾਡੇ ਬਾਰੇ। ਆਪਣੀ ਇਨਫੋਰਮੇਸ਼ਨ ਦੇਣ ਦੀ ਜਲਦਬਾਜ਼ੀ ਨਾ ਕਰੋ ਕਿ ਸਭ ਤੋਂ ਪਹਿਲਾਂ ਉਹਨਾਂ ਨੂੰ ਕਹੋ ਕਿ ਤੁਸੀਂ ਆਪਣੇ ਆਪ ਨੂੰ ਆਇਡੈਂਟੀਫਾਈ ਕਰਵਾਓ, ਤੁਹਾਡੇ ਕੋਲ ਮੇਰੀ ਕਿਹੜੀ ਇਨਫੋਰਮੇਸ਼ਨ ਹੈਗੀ ਆ, ਕਿ ਉਹ ਤੁਹਾਨੂੰ ਹੀ ਕਾਲ ਕਰ ਰਹੇ ਆ ਜਾਂ ਤੁਹਾਡੇ ਨਾਂ ਦੇ ਹੇਠ ਕਿਸੇ ਹੋਰ ਬੰਦੇ ਨੂੰ ਕਾਲ ਕੀਤੀ ਆ ਤੇ ਕਾਲ ਤੁਹਾਨੂੰ ਮਿਲ ਗਈ ਆ। ਸੋ ਇਹ ਇੱਕ ਜਿਹੜਾ ਪੁਆਇੰਟ ਸਟੈਪ ਅਸੀਂ ਨੈਕਸਟ ਲੈ ਸਕਦੇ ਹਾਂ। ਉਸ ਤੋਂ ਬਾਅਦ ਜਿਹੜਾ ਇਹ ਹਰ ਫਰਾਡ ਦੇ ਵਿੱਚ ਦੇਖਣ ਸੁਣਨ ਨੂੰ ਮਿਲਦਾ ਪਿਆ, ਵੈਸਟਰਨ ਯੂਨੀਅਨ ਜਾਂ ਮਨੀਗ੍ਰਾਮ, ਇਹ ਸਰਵਿਸਿਜ਼ ਦੀ ਵਰਤੋਂ ਕੀਤੀ ਜਾਂਦੀ ਹੈ ਕਿ ਸਾਨੂੰ ਪੇ ਕਰੋ। ਕਦੀ ਵੀ ਇਮੀਗ੍ਰੇਸ਼ਨ ਕੈਨੇਡਾ ਜਾਂ ਕੋਈ ਵੀ ਡਿਪਾਰਟਮੈਂਟ ਜਿਹੜਾ ਵੀ ਹੈਗਾ ਆ, ਚਾਹੇ CRA ਹੋਵੇ, ਚਾਹੇ ਪੁਲਿਸ ਹੋਵੇ, ਕੋਈ ਵੀ ਡਿਪਾਰਟਮੈਂਟ ਜਿਹੜਾ ਆ ਉਹ ਇਹਨਾਂ ਪ੍ਰਾਈਵੇਟ ਸਰਵਿਸਿਜ਼ ਦਾ ਇਸਤੇਮਾਲ ਨਹੀਂ ਕਰਦਾ। ਡਾਇਰੈਕਟਲੀ ਬੈਂਕਿੰਗ ਸਰਵਿਸਿਜ਼ ਦਾ ਇਸਤੇਮਾਲ ਕੀਤਾ ਜਾਂਦਾ ਆ। ਬਹੁਤ ਜ਼ਿਆਦਾ ਇੰਪੋਰਟੈਂਟ ਇਹ ਚੀਜ਼ ਹੈਗੀ ਆ। ਜਿਹੜੀ ਵੀ ਤੁਹਾਡੇ ਅਕਾਊਂਟ ਦੇ ਰਿਲੇਟਡ ਜਾਂ ਤੁਹਾਡੀ ਕਿਸੇ ਵੀ ਟ੍ਰਾਂਜੈਕਸ਼ਨ ਦੇ ਰਿਲੇਟਡ ਹੈਗੀ ਆ, ਤੁਹਾਡੇ ਕੇਸ ਦੇ ਰਿਲੇਟਡ ਹੈਗੀ ਪੇਮੈਂਟ, ਉਹ ਹਮੇਸ਼ਾ ਬੈਂਕਸ ਦੇ ਥਰੂ ਹੀ ਜਾਂਦੀ ਆ। ਸੋ ਕਦੀ ਵੀ ਜਿਹੜੀ ਚਾਹੇ ਅਸੀਂ ਵੈਸਟਰਨ ਯੂਨੀਅਨ ਦੀ ਗੱਲ ਕਰ ਲਈਏ, ਚਾਹੇ ਮਨੀਗ੍ਰਾਮ, ਚਾਹੇ ਕੋਈ ਹੋਰ ਸਰਵਿਸ XYZ ਜਿਹੜੀ ਵੀ ਹੈਗੀ ਆ, ਸੋ ਜਿਹੜੀ ਵੀ ਸਰਵਿਸ ਉਹ ਕਹਿਣਗੇ ਹਾਂਜੀ ਅਸੀਂ ਇਹਨਾਂ ਥਰੂ ਤੁਸੀਂ ਸਾਨੂੰ ਪੈਸੇ ਭੇਜ ਦਿਓ, ਕਦੀ ਵੀ ਨਹੀਂ ਭੇਜਣਾ। ਸੋ ਇਹ ਜਿਹੜੀ ਆਇਡੈਂਟੀਫਿਕੇਸ਼ਨ ਮੇਰੇ ਹਿਸਾਬ ਨਾਲ ਇੱਥੇ ਇੱਕ ਆ ਕੇ ਗੱਲ ਜਿਹੜੀ ਖਤਮ ਹੋ ਜਾਂਦੀ ਹੈ ਕਿ ਹਾਂਜੀ ਜਦੋਂ ਉਹਨਾਂ ਨੇ ਪੈਸੇ ਮੰਗ ਲਏ ਕਿ ਹਾਂਜੀ ਸਾਨੂੰ ਪੈਸੇ ਤੁਸੀਂ ਪੇ ਕਰੋ। ਤੇ ਹਰਪ੍ਰੀਤ ਜੀ, ਇੱਥੇ ਮੈਂ ਇੱਕ ਚੀਜ਼ ਮੈਂਸ਼ਨ ਜ਼ਰੂਰ ਕਰਨਾ ਚਾਹੁੰਦਾ ਕਿ ਇਹ ਫਰਾਡ ਕੱਲਾ ਕੈਨੇਡਾ ਦੇ ਵਿੱਚ ਨਹੀਂ ਹੋ ਰਿਹਾ, ਆਸਟ੍ਰੇਲੀਆ ਦੇ ਵਿੱਚ ਆਲਰੇਡੀ ਰਿਪੋਰਟ ਹੋ ਚੁੱਕੇ। ਉੱਥੇ ਬਹੁਤ ਸਾਰੇ ਸਿਮਿਲਰ ਕੇਸਿਸ, ਸੇਮ ਕੇਸਿਸ ਕਿ ਉੱਥੇ ਜਿਹੜੇ ਆਲਰੇਡੀ ਸਿਟੀਜ਼ਨ ਵੀ ਹੋ ਚੁੱਕੇ ਆ ਲੋਕ, ਉਹਨਾਂ ਨੂੰ ਕਾਲਸ ਆ ਰਹੀਆਂ ਕਿ ਅਸੀਂ ਤੁਹਾਨੂੰ ਰਿਪੋਰਟ ਕਰ ਦੇਣਾ ਹੈ।
ਔਰ ਇਹ ਬਹੁਤ ਉੱਥੇ ਵੀ ਬਹੁਤ ਜ਼ਿਆਦਾ ਜਿਹੜੇ ਕੇਸ ਸੀਗੇ ਆਮ ਹੋ ਗਏ ਸੀਗੇ, ਉੱਥੇ ਵੀ ਸੇਮ ਸਿਮਿਲਰ ਪੈਟਰਨ ਦੇ ਵਿੱਚ ਹੀ ਲੋਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਸੋ ਇੱਕ ਜਿਹੜਾ ਟੂਲ ਹੈਗਾ ਆ ਉਹਨਾਂ ਵੱਲੋਂ ਯੂਜ਼ ਕੀਤਾ ਜਾਂਦਾ ਉਹ ਹੈਗਾ ਡਰ। ਉਹ ਕਾਲ ਜਦੋਂ ਤੁਸੀਂ ਕਾਲ ਪਿਕ ਕਰਦੇ ਆ ਉਸੇ ਟਾਈਮ ਤੁਹਾਨੂੰ ਡਰਾਉਣਾ ਸ਼ੁਰੂ ਕਰ ਦਿੰਦੇ ਆ। ਸੋ ਆਈ ਥਿੰਕ ਉਹ ਜਿਹੜਾ ਡਰ ਹੈਗਾ ਆ ਉਸ ਨੂੰ ਇੱਕ ਟੂਲ ਬਣਾ ਕੇ, ਇੱਕ ਹਥਿਆਰ ਬਣਾ ਕੇ ਉਹ ਤੁਹਾਡੇ ਖਿਲਾਫ ਹੀ ਇਸਤੇਮਾਲ ਕੀਤਾ ਜਾਂਦਾ ਹੈ। ਇੱਕ ਗੱਲ ਮੈਂ ਕਹਿਣਾ ਚਾਹਾਂਗੀ ਹਰਪ੍ਰੀਤ ਜੀ, ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਪੁਲਿਸ ਸ਼ਾਇਦ ਇਹਨੂੰ ਇੰਨਾ ਤਵੱਜੋ ਨਹੀਂ ਦੇ ਰਹੀ ਕਿਉਂਕਿ ਉਹ ਆਪਣੇ ਰਿਸੋਰਸਿਸ ਇੱਥੇ ਨਹੀਂ ਲਗਾਉਣਾ ਸਹੀ ਸਮਝਦੇ। ਮੈਨੂੰ ਲੱਗਦਾ ਹੈ ਕਿ ਹੁਣ ਵਕਤ ਆ ਗਿਆ ਕਿ ਉਹਨੂੰ ਤਵੱਜੋ ਦੇਣਾ ਪੈਣਾ ਕਿਉਂਕਿ ਬਹੁਤ ਸਾਰੀਆਂ ਸੀਰੀਅਸ ਚੀਜ਼ਾਂ ਨੇ, ਜਿਵੇਂ ਕਿ ਪਰਮਿੰਦਰ ਜੀ ਨੇ ਟਿਪਸ ਦਿੱਤੇ ਕਿ ਤੁਸੀਂ ਇਸ ਤਰ੍ਹਾਂ ਦੀ ਜਦ ਕਾਲਸ ਆਉਂਦੀ ਹੈ ਕਿ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਤੁਹਾਨੂੰ ਨਹੀਂ ਦੇਣੀ ਚਾਹੀਦੀ ਹੈ, ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਤੁਹਾਨੂੰ ਕੰਟੈਂਪਲੇਟ ਕਰਨੀ ਪੈਂਦੀ ਹੈ। ਇੱਕ ਗੱਲ ਬਿਲਕੁਲ ਉਹਨਾਂ ਨੇ ਸਹੀ ਕਹੀ ਹੈ ਕਿ ਹਾਂਜੀ ਡਰ ਨੂੰ ਟੂਲ ਬਣਾਇਆ ਜਾ ਰਿਹਾ ਹੈ, ਪਰ ਤੁਸੀਂ ਇੱਕ ਗੱਲ ਨੂੰ ਇਹ ਵੀ ਧਿਆਨ ਰੱਖੋ ਕਿ ਜਦ ਤੁਹਾਨੂੰ ਉਹ ਕਾਲ ਕਰਦੇ ਹਨ ਤੁਹਾਨੂੰ ਤੁਹਾਡੀ ਭਾਸ਼ਾ 'ਚ ਸਭ ਤੋਂ ਪਹਿਲਾਂ ਉਹ ਗੱਲ ਕਰਨ ਦੀ ਕੋਸ਼ਿਸ਼ ਕਰਨਗੇ ਕਿਉਂਕਿ ਉਹ ਆਪਣੀ ਭਾਸ਼ਾ ਦੇ ਨਾਲ, ਮਦਰ ਟੰਗ ਨਾਲ ਤੁਹਾਡਾ ਕੌਨਫੀਡੈਂਸ ਜਿਹੜਾ ਹੈ ਉਹ ਜਿੱਤਣ ਦੀ ਕੋਸ਼ਿਸ਼ ਕਰਦੇ ਹਨ। ਉਹਨਾਂ ਨੂੰ ਪਤਾ ਹੈ ਕਿ ਤੁਸੀਂ ਉਹਨਾਂ ਦੀ ਗੱਲ ਜ਼ਿਆਦਾ ਸਮਝੋਗੇ। ਦੂਜੀ ਗੱਲ ਤੁਸੀਂ ਇਹ ਧਿਆਨ ਰੱਖਣੀ ਹੈ ਕਿ ਜਦ ਵੀ ਤੁਹਾਨੂੰ ਇਸ ਤਰ੍ਹਾਂ ਦੀ ਕਾਲਸ ਆਉਂਦੀਆਂ ਹਨ ਤੇ ਤੁਸੀਂ ਉਹਨਾਂ ਨੂੰ ਕੋਈ ਵੀ ਆਪਣੀ ਇਨਫੋਰਮੇਸ਼ਨ ਨਹੀਂ ਦੇਣੀ। ਪਾਸਪੋਰਟ ਨੰਬਰ ਤੋਂ ਲੈ ਕੇ ਆਪਣੇ ਹੈਲਥ ਕਾਰਡ ਨੰਬਰ ਤੋਂ ਲੈ ਕੇ ਆਪਣੇ ਸਿਨ ਸੋਸ਼ਲ ਇੰਸ਼ੋਰੈਂਸ ਨੰਬਰ ਤੋਂ ਲੈ ਕੇ, ਭਾਵੇਂ ਤੁਸੀਂ ਕੰਮ ਕਰਦੇ ਹੋ ਭਾਵੇਂ ਤੁਸੀਂ ਕੰਮ ਨਹੀਂ ਕਰਦੇ ਹੋ, ਕ੍ਰੈਡਿਟ ਕਾਰਡ, ਆਪਣੀ ਡੈਬਿਟ ਕਾਰਡ, ਕੋਈ ਵੀ ਇਨਫੋਰਮੇਸ਼ਨ ਜੋ ਹੈ ਤੁਸੀਂ ਨਹੀਂ ਦੇਣੀ। ਜੇ ਤੁਸੀਂ ਇੱਕ ਸੀਨੀਅਰ ਹੋ ਤਾਂ ਕੋਸ਼ਿਸ਼ ਕਰੋ ਕਿ ਆਪਣੇ ਬੱਚਿਆਂ ਨੂੰ ਇਨਵੋਲਵ ਕਰੋ ਕਿਉਂਕਿ ਜੇ ਤੁਸੀਂ ਆਪਣੇ ਬੱਚਿਆਂ ਨੂੰ ਇਨਵੋਲਵ ਕਰੋਗੇ ਤਾਂ ਉਹਨਾਂ ਨੂੰ ਪਤਾ ਹੈ ਕਿ ਕਿਹੜੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਤੇ ਕਿਹੜੀ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ। ਤੀਜੀ ਗੱਲ ਮੈਂ ਇਹ ਕਹਿਣਾ ਚਾਹਾਂਗੀ ਕਿ ਇਹ ਜਿਹੜੇ ਫਰਾਡਸ ਨੇ ਵੈਸਟਰਨ ਯੂਨੀਅਨ ਅਤੇ ਮਨੀਗ੍ਰਾਮ ਤੱਕ ਹੀ ਲਿਮਿਟਡ ਨਹੀਂ, ਇਹਨਾਂ 'ਚ ਹੁਣ ਗਿਫਟ ਕਾਰਡਸ ਵੀ ਇਨਵੋਲਵ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ। ਮੇਰੇ ਖਿਆਲ ਤੇ ਇਸ ਵਾਰ ਜਾਣਕਾਰੀ ਤੁਹਾਨੂੰ ਹਰਪ੍ਰੀਤ ਜੀ ਦੇ ਸਕਦੇ ਹਨ ਕਿਉਂਕਿ ਉਹਨਾਂ ਨੂੰ ਖੁਦ ਉਹਨਾਂ ਦੇ ਕੋਲ ਇੱਕ ਇਹੋ ਜਿਹੀ ਰਿਸਰਚ ਹੈ ਜਿਸ 'ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿਰਫ ਕ੍ਰੈਡਿਟ ਕਾਰਡਸ ਅਤੇ ਡੈਬਿਟ ਕਾਰਡਸ ਹੀ ਨਹੀਂ, ਜਿਹੜੇ ਗਿਫਟ ਕਾਰਡਸ ਨੇ ਉਹਨਾਂ ਨੂੰ ਵੀ ਨਵੇਂ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਰਿਹਾ ਹੈ। ਇੱਥੇ ਮੈਂ ਇੱਕ ਚੀਜ਼ ਜ਼ਰੂਰ ਮੈਂਸ਼ਨ ਕਰਨਾ ਚਾਹੂੰਗਾ ਗੱਲ ਨੂੰ ਅੱਗੇ ਵਧਾਉਣ ਤੋਂ ਹਰਨਿਆ ਜੀ, ਜਿੱਦਾਂ ਕਿ ਆਪਾਂ ਪਰਮਿੰਦਰ ਜੀ ਨੇ ਦੱਸਿਆ ਕਿ ਫੋਨ ਕਾਲਸ ਜਿਹੜੇ ਇੱਦਾਂ ਦੇ ਡਿਪਾਰਟਮੈਂਟ ਸੀਏ ਜਾਂ CRA ਜਾਂ ਇਮੀਗ੍ਰੇਸ਼ਨ ਵਰਗੇ ਜਾਂ ਹੋਰ ਗਵਰਨਮੈਂਟ ਡਿਪਾਰਟਮੈਂਟ ਯੂਜ਼ਲੀ ਫੋਨ ਕਾਲਸ ਨਹੀਂ ਕਰਦੇ, ਮੋਸਟਲੀ ਤੁਹਾਨੂੰ ਲੈਟਰ ਘਰੇ ਭੇਜਿਆ ਜਾਂਦਾ। ਖਾਸ ਕਰ CRA ਜੇ ਤੁਹਾਡੇ ਕੋਲ ਟੈਕਸਸ ਇਸ਼ੂ ਹੋਵੇ ਤੁਹਾਨੂੰ ਲੈਟਰ ਘਰੇ ਆਉਂਦਾ ਵਾ। ਪਰ ਇਹਦਾ ਇਹ ਮਤਲਬ ਨਹੀਂ ਆ ਜੇ ਕੱਲ ਤੁਹਾਨੂੰ ਕੋਈ ਲੈਟਰ ਆ ਜੇ ਉੱਤੇ ਲਿਖਿਆ ਹੈ ਕਿ ਤੁਹਾਡਾ ਇੰਨਾ ਚੀਜ਼ ਲੈਟਰ ਮਿਲਣ ਦੇ 24 ਘੰਟੇ ਅੰਦਰ ਇੱਕ ਫਲਾਣੀ ਜਗ੍ਹਾ ਤੇ ਵੈਸਟਰਨ ਯੂਨੀਅਨ ਤੋਂ ਪੈਸੇ ਭੇਜ ਦਿਓ, ਤੁਸੀਂ ਉੱਠ ਕੇ ਭੇਜ ਦਿਓ। ਜੇ ਤੁਹਾਨੂੰ ਕੋਈ ਈਮੇਲ ਆ ਜੇ ਤੇ ਜਿਹਦੇ ਤੇ ਲਿਖਿਆ ਹੋਵੇ ਕਿ CRA ਤੋਂ ਈਮੇਲ ਕਰ ਰਹੇ ਆ, ਤੁਸੀਂ ਰਾਈਟ ਵੇ ਪੈਸੇ ਵੈਸਟਰਨ ਯੂਨੀਅਨ ਦੇ ਇਲਾਵਾ ਫਲਾਣੀ ਜਗ੍ਹਾ ਭੇਜੋ, ਇਹਦਾ ਮਤਲਬ ਨਹੀਂ ਤੁਸੀਂ ਭੇਜ ਦਿਓ। ਪਹਿਲੀ ਗੱਲ, ਕੋਈ ਵੀ ਤੁਹਾਨੂੰ ਜੋ ਵੀ ਡਿਪਾਰਟਮੈਂਟ ਆ ਤੁਹਾਨੂੰ ਉਹਨਾਂ ਨੂੰ ਨੋਟਿਸ ਦੇਣਾ ਚਾਹੀਦਾ, 10 ਦਿਨ 15 ਦਿਨ ਜਾਂ ਕੋਈ ਪ੍ਰੋਸੈਸ ਹੁੰਦਾ ਵਾ। ਜੇ ਕੋਈ ਤੁਹਾਨੂੰ ਰਾਈਟ ਵੇ ਕੋਈ ਸਟੈਪ ਲੈਣ ਨੂੰ ਕੁਝ ਵੀ ਕਰਨ ਨੂੰ ਕਹਿ ਰਿਹਾ, ਪਹਿਲੀ ਗੱਲ ਤੇ ਦੈਟਸ ਰੋਂਗ। ਤੁਹਾਡੇ ਉੱਤੇ ਹੀ ਤੁਹਾਨੂੰ ਆਪਣੇ ਆਪ 'ਚ ਥੋੜਾ ਜਿਹਾ ਹੁਸ਼ਿਆਰ ਹੋ ਜਾਣਾ ਚਾਹੀਦਾ ਕਿ ਇਹ ਗਲਤ ਆ। ਮੈਂ ਇੱਥੇ ਕਿ ਨਾ ਸਲਾਹ ਕਰਨਾ, ਹਮੇਸ਼ਾ ਕਿਤੇ ਵੀ ਪੈਸੇ ਪੇ ਕਰਨ ਤੋਂ ਪਹਿਲਾਂ ਸਲਾਹ ਕਰੋ ਜਿਹੜੇ ਵੀ ਇਦਾਂ ਦੇ ਫਰਾਡ ਹੈ, ਕਿਉਂਕਿ ਬਾਰ-ਬਾਰ ਹੁਣ ਕਾਫੀ ਮੀਡੀਆ ਚੈਨਲਸ ਦੇ ਥਰੂ, ਨਾਟ ਜਿਵਨ ਚੱਕ ਦੇ ਚੈਨਲ, ਹੋਰ ਦੂਜੇ ਰੇਡੀਓ TV ਚੈਨਲਸ ਦੇ ਥਰੂ ਇਹ ਗੱਲ ਬਾਰ-ਬਾਰ ਦੱਸੀ ਜਾ ਰਹੀ ਹੈ ਕਿ ਫਰਾਡ ਹੋ ਰਹੇ ਨੇ। ਹੁਣ ਕਿਤੇ ਨਾ ਕਿਤੇ ਸਾਡੀ ਹੀ ਗਲਤੀ ਆ, ਅਸੀਂ ਫਿਰ ਇਸ ਫਰਾਡ ਦੇ ਇਹਨਾਂ ਫਰਾਡੀਆਂ ਦੇ ਚੱਕਰ 'ਚ ਆਉਂਦੇ ਆ। ਹਰਨਿਆ ਜੀ ਪਰਮਿੰਦਰ ਜੀ ਨੇ ਡਰ ਦੀ ਗੱਲ ਕੀਤੀ। ਜੇ ਹੁਣ ਮੇਰਾ ਇਮੀਗ੍ਰੇਸ਼ਨ ਦਾ ਕੇਸ ਫਸਿਆ ਹੋਵੇ ਤੇ ਕੋਈ ਮੈਨੂੰ ਕਹੇ ਮੈਂ ਇਮੀਗ੍ਰੇਸ਼ਨ ਤੋਂ ਬੋਲ ਰਿਹਾ, ਮੈਂ ਤੇਰਾ ਹੁਣੇ ਵੀਜ਼ਾ ਕੈਂਸਲ ਕਰ ਦੇਣਾ ਜਾਂ ਇੰਨੇ ਪੈਸੇ ਭੇਜ, ਠੀਕ ਹੈ, ਜੇ ਤੁਹਾਡੇ ਕੋਈ ਵੀਜ਼ਾ ਕੈਂਸਲ ਕਰਨ ਦੀ ਗੱਲ ਕਰਦਾ ਵਾ ਤੁਹਾਨੂੰ ਡਰ ਹੁੰਦਾ ਵਾ, ਪਰ ਜਦੋਂ ਪੈਸੇ ਭੇਜਣ ਦੀ ਗੱਲ ਹੁੰਦੀ ਤੁਸੀਂ ਥੋੜਾ ਜਿਹਾ ਹੁਸ਼ਿਆਰ ਹੋ ਜਾਓ ਕਿ ਯਾਰ ਇਹ ਕੀ ਚੱਕਰ ਆ, ਤੇ ਉਦੋਂ ਆਪਣੇ ਲਾਇਰ ਨਾਲ ਜਾਂ ਹੋਰ ਜਿਹਦੇ ਕੋਲ ਤੁਸੀਂ ਸਲਾਹ ਲੈਂਦੇ ਹੋ ਇਮੀਗ੍ਰੇਸ਼ਨ ਦੇ ਨਾਲ, ਉਹਨਾਂ ਨਾਲ ਕੰਸਲਟ ਕਰ ਲਓ। ਬਿਲਕੁਲ, ਤੇ ਉਹ ਇਹ ਜਿਹੀਆਂ ਗੱਲਾਂ ਕਰ ਸਕਦੇ ਹਨ ਕਿ ਤੁਹਾਨੂੰ ਕੱਲ ਦੇ ਕੱਲ, ਜੇ ਤੁਸੀਂ ਇਮੀਗ੍ਰੈਂਟ ਹੋ, ਤੁਹਾਨੂੰ ਕੱਲ ਦੇ ਕੱਲ ਡਿਪੋਰਟ ਕਰ ਦਾਂਗੇ। ਇੰਟਰਨੈਸ਼ਨਲ ਸਟੂਡੈਂਟ ਹੋ, ਤੁਹਾਡਾ ਵੀਜ਼ਾ ਕੈਂਸਲ ਹੋ ਗਿਆ ਹੈ, ਤੁਹਾਡੇ ਪੇਪਰਸ ਨਹੀਂ ਚੱਲੇ, ਤੇ ਇੱਕ ਤਾਂ ਉਹ ਧਮਕਾਉਣਗੇ ਕਿ ਤੁਹਾਨੂੰ ਡਿਪੋਰਟ ਕਰ ਦਿੱਤਾ ਜਾਵੇਗਾ। ਇੱਕ ਨੇ ਤਾਂ ਇਹ ਵੀ ਕਹਿਤਾ ਕਿ ਤੁਹਾਡੇ ਖਿਲਾਫ ਪੁਲਿਸ ਵਾਰੰਟ ਜਿਹੜਾ ਹੈ ਜਾਰੀ ਕਰ ਦਿੱਤਾ ਗਿਆ ਹੈ। ਜਿਵੇਂ ਸਾਡੇ ਦੋਨੋਂ ਕਾਲਰਸ ਨੇ ਦੱਸਿਆ, ਇੱਕ ਨੂੰ ਕਹਿ ਦਿੱਤਾ ਗਿਆ ਕਿ ਕੱਲ ਤੁਹਾਨੂੰ ਡਿਪੋਰਟ ਕਰ ਦਾਂਗੇ, ਇੱਕ ਨੂੰ ਕਹਿ ਦਿੱਤਾ ਗਿਆ ਕਿ ਤੁਹਾਡੇ ਖਿਲਾਫ ਆਲਰੇਡੀ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ। ਹੁਣ ਵਾਰੰਟ ਦੀ ਗੱਲ ਕਾਮਨ ਸੈਂਸ ਦੀ ਗੱਲ ਹੈ ਕਿ ਪੁਲਿਸ ਵੱਲੋਂ ਜਾਰੀ ਕੀਤਾ ਜਾਂਦਾ ਹੈ, ਤੇ ਪੁਲਿਸ ਨੇ ਆ ਕੇ ਕੋਰਟ ਵੱਲੋਂ ਜਾਰੀ ਕੀਤਾ ਜਾਂਦਾ ਤੇ ਪੁਲਿਸ ਉਸ ਨੂੰ ਐਕਸਰਸਾਈਜ਼ ਕਰਦੀ ਹੈ ਵਾਰੰਟ ਨੂੰ। ਇਹ ਕੌਣ ਹੁੰਦੇ ਹਨ ਵਾਰੰਟ ਨੂੰ ਜਾਰੀ ਕਰਨ ਵਾਲੇ? ਤੇ ਪੁਲਿਸ ਤੁਹਾਨੂੰ ਫੋਨ ਕਰਕੇ ਨਹੀਂ ਆਂਦੀ ਹਾਂਜੀ ਅਸੀਂ ਤੁਹਾਨੂੰ ਗ੍ਰਿਫਤਾਰ ਕਰਨ ਆ ਰਹੇ ਹਾਂ, ਤੁਹਾਡੇ ਨਾਂ ਤੇ ਵਾਰੰਟ ਜਾਰੀ ਹੋਇਆ, ਇਦਾਂ ਕਦੀ ਨਹੀਂ ਹੁੰਦਾ। ਸੋ ਇਹ ਗੱਲਾਂ ਬਹੁਤ ਜ਼ਿਆਦਾ ਧਿਆਨ ਰੱਖਣ ਵਾਲੀਆਂ ਨੇ ਕਿ ਉਹ ਕੀ ਕਹਿ ਰਹੇ ਨੇ ਤੇ ਕਿਸ ਹੱਦ ਤੱਕ ਉਹ ਆਪਣੀ ਗੱਲ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇੱਥੇ ਸਿਰਫ CRA ਜਾਂ ਫਿਰ ਇਮੀਗ੍ਰੇਸ਼ਨ ਡਿਪਾਰਟਮੈਂਟ ਤੋਂ ਹਵਾਲਾ ਦੇ ਕੇ ਇਦਾਂ ਠੱਗੀਆਂ ਨਹੀਂ ਮਾਰੀ ਜਾਂਦੀਆਂ, ਇੰਸ਼ੋਰੈਂਸ ਕੰਪਨੀਆਂ ਦਾ ਹਵਾਲਾ ਦੇ ਕੇ ਵੀ ਠੱਗੀਆਂ ਮਾਰੀਆਂ ਜਾਂਦੀਆਂ ਨੇ। ਬਿਜਲੀ ਦੀਆਂ ਜਿੱਦਾਂ ਹਾਈਡਰੋ 1 ਹੋ ਗਈ ਜਾਂ ਅਲਬਰਟਾ ਵਿੱਚ ਐਨਮੈਕਸ ਹੋ ਗਈ ਜਾਂ BC ਹਾਈਡਰੋ ਹੋ ਗਈ, ਇਹਨਾਂ ਕੰਪਨੀਆਂ ਦਾ ਹਵਾਲਾ ਦੇ ਕੇ ਵੀ ਠੱਗੀਆਂ ਮਾਰੀ ਜਾਂਦੀਆਂ ਨੇ।
ਆਪਾਂ ਨੂੰ ਕੀ ਕਰਨਾ ਚਾਹੀਦਾ, ਸਾਨੂੰ ਹੁਸ਼ਿਆਰ ਰਹਿਣ ਦੀ ਜ਼ਰੂਰਤ ਹੈ। ਜਿਹੜੇ ਠੱਗ ਨੇ ਉੱਥੇ ਪੈਸੇ ਬਣਾਉਣਾ ਚਾਹੁੰਦੇ ਨੇ ਜਿਹੜੇ ਮਰਜ਼ੀ ਐਗਜ਼ਾਮਪਲ ਦੇ ਕੇ, ਕਿਉਂਕਿ ਉਹ ਵੀ ਜਿੱਦਾਂ ਆਪਾਂ ਰੋਜ਼ ਆਪਣਾ ਦਿਮਾਗ ਯੂਜ਼ ਕਰਦੇ ਹਾਂ ਕੋਈ ਕੰਮ ਕਰਨ ਤੇ, ਜਾਂ ਜਿੱਦਾਂ ਅਸੀਂ ਹੁਣ ਸ਼ੋਅ ਕਰਦੇ ਹਾਂ ਰੋਜ਼ ਅਸੀਂ ਰਿਸਰਚ ਕਰਦੇ ਹਾਂ ਸ਼ੋਅ ਕਰਨ ਤੋਂ ਪਹਿਲਾਂ, ਜਿਹੜੇ ਠੱਗ ਹੁੰਦੇ ਉਹ ਵੀ ਰਿਸਰਚ ਕਰਦੇ ਆ, ਨਵੇਂ-ਨਵੇਂ ਤਰੀਕੇ ਲੱਭਦੇ ਆ। ਇੱਕ ਤਾਂ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਚਾਹੂੰਗਾ, ਕੈਲਗਰੀ ਵਿੱਚ ਥੋੜੇ ਜਿਹੇ 2 ਕੇ ਫਰਾਈਡੇ ਜਾਂ ਥਰਸਡੇ ਦੀ ਨਿਊਜ਼ ਆ, ਜਾਂ ਸ਼ਾਇਦ ਉਸ ਤੋਂ ਪਹਿਲਾਂ ਦੀ ਨਿਊਜ਼ ਹੋਵੇ, ਮੈਨੂੰ ਐਗਜ਼ੈਕਟਲੀ ਡੇਟ ਚੇਤਾ ਨਹੀਂ ਆ। ਕੋਈ ਕਿਸੇ ਨੇ ਆਪਣੀ ਪੂਰੀ ਡਾਂਗਰੀ ਪਾ ਕੇ, ਜਿਹਨੂੰ ਆਪਾਂ ਜਿੱਦਾਂ ਦੇ ਉੱਥੋਂ ਦੇ ਐਨਮੈਕਸ ਦੇ EMPLOYEES ਹੁੰਦੇ ਆ ਉਹਨਾਂ ਦੀ ਪੂਰੀ ਉੱਦਾਂ ਦੀ ਡਰੈਸ ਪਾ ਕੇ ਕਿ ਇਹਦੇ ਘਰੇ ਜਾ ਕੇ ਉਹਨਾਂ ਨੇ ਬੈਲ ਦਿੱਤੀ ਤੇ ਆਖਿਆ ਕਿ ਮੈਂ ਐਨਮੈਕਸ ਤੋਂ ਆ, ਤੁਹਾਡੀ ਬਿਜਲੀ ਕੱਟਣ ਦਾ ਮੇਰੇ ਕੋਲ ਆਰਡਰ ਆ, ਜਾਂ ਤਾਂ ਮੈਨੂੰ ਕੈਸ਼ $350 ਦੇ ਦਿਓ ਜਾਂ ਅਦਰਵਾਈਜ਼ ਮੈਂ ਤੁਹਾਡੀ ਬਿਜਲੀ ਕੱਟ ਦੇਣੀ। ਦੇਖੋ ਹੁਣ ਇੱਥੇ ਤੁਹਾਨੂੰ ਥੋੜੇ ਜਿਹੇ ਹੁਸ਼ਿਆਰ ਹੋਣ ਦੀ ਲੋੜ ਆ। ਆਪਾਂ ਤੇ ਗੱਲ ਕਰ ਰਹੇ ਹਾਂ ਸਾਊਥ ਏਸ਼ੀਅਨ ਭਾਈਚਾਰੇ ਦੀ, ਇਹ ਤੇ ਗੋਰੀ ਸੀ, ਇਹਨੇ ਫਿਰ ਵੀ ਕੀ ਕਹਿੰਦੇ ਉਹਨੂੰ ਪੈਸੇ ਦੇ ਕੇ ਸਰ 350 ਪੂਰੇ ਨਹੀਂ ਸੀ, 175 ਦੇ ਤੇ, ਉਹ ਕਹਿੰਦਾ ਠੀਕ ਹੈ ਬਾਕੀ ਤੂੰ ਪੇਮੈਂਟ ਉੱਥੇ ਕਰ ਦੀ ਤੇ ਆਪਣੀ ਘਰ ਦੀ ਬਿਜਲੀ ਕੱਟਣ ਤੋਂ ਬਚਾ ਲਈ। ਪਰ ਅਗੇਨ ਤੁਹਾਨੂੰ ਥੋੜਾ ਜਿਹਾ ਹੁਸ਼ਿਆਰ ਹੋਣ ਦੀ ਲੋੜ ਆ। ਤੁਸੀਂ ਪਹਿਲਾਂ ਇਹ ਤੇ ਚੈੱਕ ਕਰੋ ਮੈਂ ਬਿਜਲੀ ਦਾ ਬਿੱਲ ਦਿੱਤਾ ਕਿ ਨਹੀਂ ਦਿੱਤਾ, ਜੇ ਤੇ ਨਹੀਂ ਦਿੱਤਾ ਫਿਰ ਤਾਂ ਸ਼ਾਇਦ ਤੁਹਾਨੂੰ ਕੁਝ ਸੋਚਣਾ ਵੀ ਚਾਹੀਦਾ ਵਾ। ਤੁਹਾਡੇ ਕੋਲ ਐਕਚੁਅਲੀ ਆਲਰੇਡੀ 1-2 ਨੋਟਿਸ ਆ ਗਏ ਹੋਣੇ ਆ, ਤੁਹਾਨੂੰ ਉਤੋਂ ਪਤਾ ਲੱਗ ਜਾਂਦਾ ਵਾ। ਜੇ ਤੁਸੀਂ ਦੇ ਦਿੱਤਾ ਤੁਹਾਨੂੰ ਸਾਫ਼ ਪਤਾ ਹੈ ਕਿ ਇਹ ਝੂਠ ਹੈ। ਬਿਲਕੁਲ ਇੱਕ ਕੌਨਫੀਡੈਂਸ ਲੈਵਲ ਹਰਪ੍ਰੀਤ ਜੀ, ਈਵਨ ਵੈਸੇ ਅਸੀਂ ਕੁਝ ਜੇ ਸਟੈਪ ਅਸੀਂ ਕੋਈ ਗਲਤ ਕੀਤਾ ਵੀ ਨਹੀਂ ਹੈਗਾ ਤਾਂ ਵੀ ਅਸੀਂ ਡਰ ਜਾਂਦੇ ਹਾਂ ਕਿ ਸ਼ਾਇਦ ਅਸੀਂ ਕਿਤੇ ਗਲਤੀ ਨਾਲ ਵੀ ਕੋਈ ਗਲਤੀ ਨਾ ਕਰ ਦਿੱਤੀ ਹੋਵੇ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਅਸੀਂ ਕਾਫੀ ਜ਼ਿਆਦਾ ਮੁਸ਼ਕਲਾਂ ਦੇ ਥਰੂ ਗੁਜ਼ਰ ਕੇ ਚਾਹੇ ਕੈਨੇਡਾ ਪਹੁੰਚੇ ਹਾਂ, ਪਰ ਫਿਰ ਵੀ ਉਸ ਦੇ ਬਾਵਜੂਦ ਵੀ ਅਸੀਂ ਹਰ ਇੱਕ ਸਟੈਪ ਜਿਹੜਾ ਫੂਕ ਕੇ ਰੱਖਣਾ ਚਾਹੁੰਦੇ ਹਾਂ। ਸੋ ਇਹਦੇ ਵਿੱਚ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਕਿ ਡਰ ਨੂੰ ਇੱਕ ਹਥਿਆਰ ਬਣਾਇਆ ਜਾਂਦਾ ਹੈ। ਤੁਸੀਂ ਹਰਪ੍ਰੀਤ ਜੀ ਗੱਲ ਕੀਤੀ ਹੈ ਕਿ ਐਨਮੈਕਸ ਦੇ EMPLOYEES ਜਾਂ ਬਿਜਲੀ ਕੰਪਨੀਆਂ ਦੇ EMPLOYEES ਬਣ ਕੇ ਵੀ ਇਦਾਂ ਦੀਆਂ ਠੱਗੀਆਂ ਉਹਨਾਂ ਨੂੰ ਅੰਜਾਮ ਦਿੱਤਾ ਜਾਂਦਾ। ਸੋ ਇਹ ਕਹਿ ਸਕਦੇ ਸੀਮਿਤ ਨਹੀਂ ਹੈਗਾ ਇਹ ਫਰਾਡ ਦਾ ਜਿਹੜਾ ਦਾਇਰਾ ਹੈਗਾ ਆ, ਇਹ ਦਾਇਰਾ ਬਹੁਤ ਵੱਡਾ ਹੋ ਚੁੱਕਾ ਜਾ ਰਿਹਾ ਤੇ ਬਹੁਤ ਵੱਧਦਾ ਜਾ ਰਿਹਾ। ਤੁਸੀਂ ਐਗਜ਼ਾਮਪਲਸ ਦੀ ਗੱਲ ਕਰ ਰਹੇ ਸੀਗੇ, ਮੇਰੇ ਜ਼ਿਹਨ ਦੇ ਵਿੱਚ ਐਗਜ਼ਾਮਪਲ ਆ ਰਹੀ ਸੀਗੀ ਇੱਕ ਪੁਲਿਸ ਆਫੀਸਰ ਜਿਹੜਾ ਵੈਨਕੂਵਰ ਦੇ ਵਿੱਚ ਮੈਂ ਵੀਡੀਓ ਉਹ ਦੇਖੀ ਹੈਗੀ ਆ, ਤੇ ਉਹਦੇ ਵਿੱਚ ਇੱਕ ਪੁਲਿਸ ਆਫੀਸਰ ਨੂੰ ਕਾਲ ਆਈ ਔਰ ਉਹ ਪੁਲਿਸ ਆਫੀਸਰ ਨੂੰ ਕਹਿ ਰਿਹਾ ਕਿ ਤੇਰੇ ਖਿਲਾਫ ਜਿਹੜੇ ਵਾਰੰਟ ਹੈਗੇ ਇਸ਼ੂ ਹੋ ਗਏ ਆ। ਤੇ ਉਹ ਇੱਕ ਵਾਰੀ ਤੇ ਕਿਉਂਕਿ ਉਹ ਪੁਲਿਸ ਸਟੇਸ਼ਨ ਦੇ ਵਿੱਚ ਹੀ ਬੈਠਾ ਸੀਗਾ ਤੇ ਉਹਨੇ ਆਪਣੇ ਫਰੈਂਡ ਨੂੰ ਕਿਹਾ ਕਿ ਤੁਸੀਂ ਵੀਡੀਓ ਰਿਕਾਰਡਿੰਗ ਔਨ ਕਰੋ, ਤੇ ਉਹਨਾਂ ਨੇ ਉਸ ਬੰਦੇ ਨਾਲ ਗੱਲਬਾਤ ਕੀਤੀ ਤੇ ਉਹ ਗੱਲਬਾਤ ਦੇ ਵਿੱਚ ਇੱਥੋਂ ਤੱਕ ਉਹਨੇ ਸਾਰਾ ਕੁਝ ਦੱਸਤਾ ਕਿ ਮੈਂ ਪਾਕਿਸਤਾਨ ਤੋਂ ਬੋਲ ਰਿਹਾ ਤੇ ਸਾਡੇ ਕੋਲ ਤੁਹਾਡੀ ਇਨਫੋਰਮੇਸ਼ਨ ਹੈਗੀ ਆ। ਸੋ ਹੁਣ ਇਹ ਜਿਹੜੀ ਇਨਫੋਰਮੇਸ਼ਨ ਹਰਪ੍ਰੀਤ ਜੀ ਇਹ ਕਿੱਦਾਂ ਕਿੱਥੇ ਪਹੁੰਚ ਰਹੀ ਆ, ਕਿਹਦੇ ਥਰੂ ਪਹੁੰਚ ਰਹੀ ਆ। ਸੋ ਇਹ ਸਵਾਲੀਆ ਨਿਸ਼ਾਨ ਜਿਹੜੇ ਆ, ਕੁਐਸਚਨਸ ਬਹੁਤ ਵੱਡੇ ਹੈਗੇ ਆ ਔਰ ਇੰਪੋਰਟੈਂਟ ਵੀ ਹੈਗੇ ਆ, ਕਿਉਂਕਿ ਇਹ ਇਨਫੋਰਮੇਸ਼ਨ ਸਾਡੀ ਪਰਸਨਲ ਇਨਫੋਰਮੇਸ਼ਨ ਜਿਹੜੀ ਆ ਉਹ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਨਾਲ ਬਾਹਰ ਜਾ ਰਹੀ ਆ, ਜਿਨ੍ਹਾਂ ਨੂੰ ਅਸੀਂ ਆਇਡੈਂਟੀਟੀ ਥੈਫਟ ਕਹਿ ਦਿੰਦੇ ਆ। ਸ਼ਾਇਦ ਅਗਰ ਟੈਕਨੀਕਲੀ ਅਸੀਂ ਆਪਣੇ ਦਰਸ਼ਕਾਂ ਨੂੰ ਸਮਝਾਉਣ ਲੱਗੇ ਕਾਫੀ ਦਿੱਕਤ ਹੋਊਗੀ, ਪਰ ਜੇ ਅਸੀਂ ਸਿੰਪਲ ਲੈਂਗੁਏਜ ਸਮਝਾਈਏ ਕਿ ਤੁਹਾਡੀ ਜਿਹੜੀ ਪਹਿਚਾਣ ਆ ਉਸ ਨੂੰ ਚੋਰੀ ਕਰ ਲਿਆ ਜਾਂਦਾ। ਤੁਹਾਡਾ ਨਾਮ, ਤੁਹਾਡਾ ਫਰਸਟ ਨੇਮ, ਲਾਸਟ ਨੇਮ, ਤੁਹਾਡਾ ਡੇਟ ਆਫ ਬਰਥ, ਤੁਹਾਡਾ ਡਰਾਈਵਿੰਗ ਲਾਇਸੈਂਸ, ਤੁਹਾਡਾ ਕੰਟਰੀ ਆਫ ਬਰਥ, ਸੋ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਚੋਰੀ ਕਰ ਲਈਆਂ ਜਾਂਦੀਆਂ ਤੇ ਉਹਦੇ ਥਰੂ ਉਹ ਤੁਹਾਡੇ ਅਗੇਂਸਟ ਯੂਜ਼ ਕੀਤੀਆਂ ਜਾ ਸਕਦੀਆਂ, ਜਾਂ ਤੁਹਾਡੇ ਹੀ ਨਾਮ ਦੇ ਉੱਤੇ ਕ੍ਰੈਡਿਟ ਕਾਰਡਸ ਜਾਂ ਕੋਈ ਹੋਰ ਜਿਹੜੀ ਸਮਾਨ ਹੈਗਾ ਉਹ ਲੈ ਕੇ ਤੇ ਉਹ ਤੁਹਾਡੇ ਨਾਮ ਦੇ ਉੱਤੇ ਅਗਰ ਤੁਸੀਂ ਚੈੱਕ ਕਰੋ ਜਿਹੜੇ ਤੁਹਾਡੀ ਕ੍ਰੈਡਿਟ ਹਿਸਟਰੀ ਹੁੰਦੀ ਆ ਉਹਦੇ ਵਿੱਚ ਉਹ ਜੁੜ ਸਕਦੇ। ਸੋ ਬਹੁਤ ਇਹ ਵੀ ਚੀਜ਼ ਜਿਹੜੀ ਹੈਗੀ ਹੈ ਇਹਦੇ ਨਾਲ ਆ ਕੇ ਜੁੜ ਜਾਂਦੀ ਹੈ। ਤੇ ਇੱਕ ਗੱਲ ਮੈਂ ਹੋਰ ਦੱਸਣਾ ਚਾਹਾਂਗੀ ਕਿ ਜਿਵੇਂ ਪਰਮਿੰਦਰ ਜੀ ਨੇ ਹੁਣੇ ਮੈਂਸ਼ਨ ਕੀਤਾ ਕਿ ਪਾਕਿਸਤਾਨ ਤੋਂ ਉਹ ਬੰਦਾ ਬੋਲ ਰਿਹਾ ਸੀ, ਉਸੇ ਤਰੀਕੇ ਨਾਲ ਜਿਵੇਂ ਹਰਪ੍ਰੀਤ ਜੀ ਨੇ ਜਿਹੜਾ ਐਗਜ਼ਾਮਪਲ ਪਹਿਲਾਂ ਦਿੱਤਾ ਸੀ ਕੈਲਗਰੀ ਦੀ ਐਲਬਰਟਾ ਦੀ ਜਿਹੜੀ ਕੁੜੀ ਸੀ, ਉਹਨੇ ਵੀ ਜਿਹਨਾਂ ਲੋਕਾਂ ਨੂੰ ਉਹਨੂੰ ਕਾਲ ਕੀਤਾ ਸੀ ਜਿੱਥੇ ਉਹਨੇ ਪੈਸੇ ਟ੍ਰਾਂਸਫਰ ਕੀਤੇ ਸੀਗੇ ਵੈਸਟਰਨ ਯੂਨੀਅਨ ਦੇ ਥਰੂ, ਉਹਨੇ ਵੀ ਪਤਾ ਕਰਾਇਆ ਸੀਗਾ ਤੇ ਬਾਅਦ 'ਚ ਉਹਨੂੰ ਪਤਾ ਲੱਗਾ ਕਿ ਉਹ ਪੰਜਾਬ ਤੋਂ ਸੀਗੇ ਤੇ ਉਹਨਾਂ ਨੇ ਬਾਅਦ 'ਚ ਇਨਕਾਰ ਵੀ ਕਰ ਦਿੱਤਾ ਪੈਸੇ ਵਾਪਸ ਕਰਨ ਤੋਂ। ਤੇ ਇਹ ਜਿਹੜਾ ਸਕੈਮ ਜਿਹੜਾ ਚੱਲਦਾ ਪਿਆ ਟੈਲੀਫੋਨਸ ਨੂੰ ਲੈ ਕੇ ਜਾਂ ਕਾਲਸ ਨੂੰ ਲੈ ਕੇ, ਇਹ ਸਿਰਫ ਪਾਕਿਸਤਾਨ ਪੰਜਾਬ ਤੱਕ ਹੀ ਸੀਮਿਤ ਨਹੀਂ ਹੈਗਾ, ਪਤਾ ਨਹੀਂ ਕਿਹੜੀ ਕੰਟਰੀਜ਼ ਤੋਂ ਜਿਹੜੇ ਲੋਕ ਹਨ ਜਿਹੜੇ ਜੁੜੇ ਹੋਏ ਹਨ। ਕਿਉਂਕਿ ਜਿਵੇਂ ਇੱਕ ਕਾਲਰ ਨੇ ਦੱਸਿਆ ਕਿ ਕੁੜੀ ਦਾ ਚਾਈਨੀਜ਼ ਐਕਸੈਂਟ ਸੀਗਾ, ਦੂਜੇ ਜਦੋਂ ਕਾਲਰ ਸੀਗੇ ਜਿਹੜੇ ਸੀਨੀਅਰ ਸੀਗੇ ਉਹਨਾਂ ਨੇ ਦੱਸਿਆ ਕਿ ਹਾਂਜੀ ਉਹ ਹਿੰਦੀ 'ਚ ਬੋਲ ਰਿਹਾ ਸੀ ਜਾਂ ਆਪਣੀ ਲੈਂਗੁਏਜ 'ਚ ਬੋਲ ਰਿਹਾ ਸੀ, ਤੇ ਪਤਾ ਨਹੀਂ ਕਿਹੜੀ ਐਥਨਿਕ ਕਮਿਊਨਿਟੀਜ਼ ਦੇ ਲੋਕ ਜਿਹੜੇ ਨੇ ਮਿਲ ਕੇ ਕੰਮ ਕਰ ਰਹੇ ਹਨ, ਪਰ ਇਹ ਬਹੁਤ ਵੱਡੇ ਲੈਵਲ ਦਾ ਸਕੈਮ ਹੈ। ਦੂਜੀ ਗੱਲ ਮੈਂ ਇੱਕ ਵੀ ਦਰਸਾਉਣਾ ਚਾਹਾਂਗੀ ਕਿ ਕਈ ਵਾਰੀ ਇੱਦਾਂ ਹੁੰਦਾ ਕਿ ਉਹ ਅਜਿਹੇ ਨੰਬਰ ਤੋਂ ਕਾਲ ਕਰਦੇ ਹਨ ਤੇ ਬਹੁਤ ਧਿਆਨ ਰੱਖਣਾ ਪੈਂਦਾ ਕਿ ਕਿਸ ਨੰਬਰ ਤੋਂ ਉਹ ਕਾਲ ਕਰ ਰਹੇ ਹਨ। ਹੁਣ ਇਹ ਵੀ ਗੱਲਾਂ ਸਾਹਮਣੇ ਆਈਆਂ ਹਨ ਕਿ ਜਿਹੜੇ ਨੰਬਰ ਤੋਂ ਉਹ ਕਾਲ ਕਰਦੇ ਹਨ ਕਈ ਵਾਰੀ ਉਹ ਵਾਕਈ ਹੀ ਉਸ ਕੰਪਨੀ ਦੇ ਨੰਬਰ ਹੁੰਦੇ ਹਨ, ਪਰ ਤੁਸੀਂ ਇਸ ਗੱਲ ਨੂੰ ਧਿਆਨ ਰੱਖਣਾ ਹੈ ਕਿ ਭਾਵੇਂ ਜੇ ਉਹ ਨੰਬਰ CRA ਦਾ ਹੀ ਹੈ ਜਾਂ ਇਮੀਗ੍ਰੇਸ਼ਨ ਕੈਨੇਡਾ ਦਾ ਹੀ ਹੈ ਜਾਂ ਉਹਨਾਂ ਦੇ ਕਿਸੇ ਡਿਪਾਰਟਮੈਂਟ ਦਾ ਹੀ ਹੈ, ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਬਿਲਕੁਲ ਠੀਕ ਹਨ, ਕਿਉਂਕਿ ਨੰਬਰਸ ਹੈਕ ਕਰਨਾ ਬਹੁਤ ਈਜ਼ੀ ਹੈ ਤੇ ਨੰਬਰਸ ਨੂੰ ਹੈਕ ਕਰਕੇ ਡਿਸਟਰੋਏ ਕਰਕੇ ਫਿਰ ਤੋਂ ਕ੍ਰੀਏਟ ਕੀਤਾ ਜਾ ਸਕਦਾ ਹੈ। ਤੁਸੀਂ ਬਸ ਇੱਕੋ ਗੱਲ ਧਿਆਨ ਰੱਖਣੀ ਹੈ ਕਿ ਕੈਨੇਡਾ ਵਿੱਚ
ਕੋਈ ਅਜਿਹੀ ਪਾਲਿਸੀ ਨਹੀਂ ਹੈ, ਕੋਈ ਅਜਿਹਾ ਕੰਮ ਨਹੀਂ ਹੈ ਜਿਸ 'ਚ ਪੈਸਾ ਵਸੂਲੀ ਟੈਲੀਫੋਨ ਜਾਂ ਫਿਰ ਡੋਰ ਤੇ ਹੁੰਦੀ ਹੋਵੇ। ਤੁਹਾਨੂੰ ਡਿਪਾਰਟਮੈਂਟ ਤੇ ਜਾ ਕੇ ਹੀ ਆਪਣੇ ਜਿਹੜੀ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਹੈ ਉਹਦੇ ਨਾਲ ਹੀ ਪੈਸਾ ਜਿਹੜਾ ਹੈ ਉਹ ਦੇਣਾ ਪੈਂਦਾ ਹੈ। ਇੱਕ ਚੀਜ਼ ਮੈਂ ਇੱਥੇ ਜ਼ਰੂਰ ਮੈਂਸ਼ਨ ਕਰਨੀ ਚਾਹੂੰਗਾ, ਜਿੱਦਾਂ ਕਿ ਹਨੇਆ ਜੀ ਨੇ ਦੱਸਿਆ ਕਿ ਜੇ ਕਾਲਰ ਆਈਡੀ ਵੀ CRS ਕਾਲਰ ਆਈਡੀ ਤੇ CRS ਦਾ ਨੰਬਰ ਆ ਰਿਹਾ ਹੋਵੇ ਜਾਂ ਫਿਰ ਤੁਹਾਨੂੰ ਈਮੇਲ ਵੀ CRS ਤੋਂ ਆਵੇ ਤਾਂ ਵੀ ਤੁਸੀਂ ਪਰ ਜੇ ਉੱਥੇ ਮੈਂਸ਼ਨ ਕੀਤਾ ਹੋਵੇ ਕਿ ਤੁਸੀਂ ਵੈਸਟਰਨ ਯੂਨੀਅਨ ਤੋਂ ਪੈਸੇ ਭੇਜੋ, ਤੁਹਾਡੇ ਵਾਸਤੇ ਸਿੱਧੀ ਅਲਾਰਮ ਦੀ ਉੱਥੇ ਤੁਹਾਨੂੰ ਇੱਕ ਹੁਸ਼ਿਆਰ ਹੋਣ ਦੀ ਲੋੜ ਆ। ਦੇਖੋ ਜਿਹੜੀ ਫੋਨ ਦੀ ਕਾਲਰ ਆਈਡੀ ਆ ਇਹ ਫੇਕ ਕੀਤੀ ਜਾ ਸਕਦੀ ਹੈ। ਅੱਜ ਕੋਲ ਬਹੁਤ ਸੌਫਟਵੇਅਰ ਅਵੇਲੇਬਲ ਨੇ, ਬਹੁਤ PBX ਅਵੇਲੇਬਲ ਨੇ ਜਿੱਥੇ ਤੁਸੀਂ ਜਿਹਦੀ ਮਰਜ਼ੀ ਕਾਲਰ ਆਈਡੀ ਲਾ ਕੇ ਕਾਲ ਕਰ ਸਕਦੇ ਹੋ। ਇਹ ਕੋਈ ਵੱਡੀ ਗੱਲ ਨਹੀਂ ਹੈਗੀ, ਇੱਥੇ ਆਪਾਂ ਨੂੰ ਹੁਸ਼ਿਆਰ ਰਹਿਣ ਦੀ ਲੋੜ ਆ। ਤੇ ਸਭ ਤੋਂ ਜ਼ਰੂਰੀ ਜੇ ਤੁਹਾਡੇ ਨਾਲ ਇਨਸੀਡੈਂਟ ਹੁੰਦਾ ਤੁਸੀਂ ਕੀ ਕਰਨਾ ਹੈ, ਭਾਵੇਂ ਤੁਹਾਨੂੰ ਕਾਲ ਆਏ ਰਿਪੋਰਟ ਕਰੋ, ਕਿਉਂਕਿ ਜਿੰਨੀ ਜ਼ਿਆਦਾ ਰਿਪੋਰਟਿੰਗ ਹੋਊਗੀ ਉਨੇ ਜ਼ਿਆਦਾ ਲੋਕ, ਉਹਨਾਂ ਜ਼ਿਆਦਾ ਜਿਹੜਾ ਪੁਲਿਸ ਡਿਪਾਰਟਮੈਂਟ ਹੈ, ਜੋ ਵੀ ਜਸਟਿਸ ਡਿਪਾਰਟਮੈਂਟ ਹੈ, ਉਹਨੇ ਜ਼ਿਆਦਾ ਉਹਨਾਂ ਕੋਲ ਕੰਪਲੇਂਟਸ ਆਉਂਦੀਆਂ ਨੇ, ਉਹਨੇ ਜ਼ਿਆਦਾ ਉਹ ਨਿਊਜ਼ ਰਿਲੀਜ਼ਸ ਪ੍ਰੈਸ ਰਿਲੀਜ਼ਸ ਦੇ ਨੋਟ ਕੱਢਦੇ ਨੇ, ਉਹਨਾਂ ਜ਼ਿਆਦਾ ਮੀਡੀਆ ਵੀ ਐਕਟੀਵੇਟ ਹੁੰਦਾ ਵਾ। ਇੱਕ ਇੱਥੇ ਮੈਂ ਜ਼ਰੂਰ ਕਰਨੀ ਚਾਹੂੰਗਾ ਕਿ ਜੇ ਤੁਸੀਂ ਕੋਈ TV ਚੈਨਲ ਰੇਡੀਓ ਚੈਨਲ ਉਹਨਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ, ਕਿਉਂਕਿ ਜੇ ਬਾਰ-ਬਾਰ ਇਨਸੀਡੈਂਟ ਹੋ ਰਿਹਾ ਤੇ ਮੀਡੀਆ ਦਾ ਵੀ ਫਰਜ਼ ਬਣਦਾ ਹੈ ਕਿ ਕੈਨੇਡਾ ਦੇ ਰਹਿਣ ਵਾਲੇ ਨਾਗਰਿਕਾਂ ਨੂੰ ਇਹ ਗੱਲ ਸ਼ੇਅਰ ਕੀਤੀ ਜਾਵੇ ਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਾਣੂ ਕਰਾਇਆ ਜਾਵੇ। ਤੇ ਮੈਂ ਗੱਲ ਦੱਸਣਾ ਚਾਹਾਂਗੀ ਕਿ ਜਿਵੇਂ ਹਰਪ੍ਰੀਤ ਜੀ ਨੇ ਬਹੁਤ ਵਧੀਆ ਗੱਲ ਕਹੀ ਹੈ ਕਿ ਜੇ ਤੁਹਾਡੇ ਨਾਲ ਵਾਕਈ ਕੋਈ ਅਜਿਹੀ ਘਟਨਾ ਹੋਈ ਹੈ ਜਾਂ ਘਟਨਾ ਵਾਪਰਦੀ ਹੈ ਤਾਂ ਤੁਸੀਂ ਕਿਸੇ ਵੀ ਮੀਡੀਆ ਚੈਨਲ ਨੂੰ ਹੈ ਜੋ ਕੰਟੈਕਟ ਕਰੋ ਜਿਹੜਾ ਤੁਹਾਨੂੰ ਠੀਕ ਲੱਗਦਾ ਹੈ ਤੇ ਜਿਹੜਾ ਮੈਸੇਜ ਹੈ ਉੱਥੇ ਪਹੁੰਚਾਓ। ਸਾਡਾ ਅੱਜ ਦਾ ਵੀ ਕਾਲਰਸ ਨੂੰ ਇਨਵੋਲਵ ਕਰਨ ਦਾ ਇੱਕੋ ਹੀ ਮਕਸਦ ਸੀਗਾ ਕਿ ਅਸੀਂ ਤੁਸੀਂ ਉਹਨਾਂ ਦੇ ਫਸਟ ਹੈਂਡ ਇਨਫੋਰਮੇਸ਼ਨ ਲਓ ਕਿ ਉਹਨਾਂ ਨਾਲ ਕੀ ਵਾਪਰੀ ਹੈ। ਤੇ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ ਚਾਹਾਂਗੀ ਕਿ ਮੈਂ ਇਹ ਜਿਹੜੇ ਉਹ ਸੀਨੀਅਰ ਸਿਟੀਜ਼ਨ ਸੀਗੇ ਉਹਨਾਂ ਦਾ ਇੱਕ ਇਨਸੀਡੈਂਟ ਮੈਂ ਸਿਰਫ ਫੇਸਬੁੱਕ ਦੀ ਆਪਣੀ ਪੋਸਟ ਤੇ ਸ਼ੇਅਰ ਕੀਤਾ ਸੀ ਤੇ ਕਈ ਲੋਕਾਂ ਨੇ ਮੈਨੂੰ ਮੈਸੇਜ ਕਰਕੇ ਦੱਸਿਆ ਕਿ ਸਾਡੇ ਨਾਲ ਇਹ ਹੋਇਆ, ਸਾਡੇ ਨਾਲ ਉਹ ਹੋਇਆ। ਤੇ ਜਿਹੜੇ ਲੋਕੀ ਗੱਲ ਕਰਨ ਲਈ ਤਿਆਰ ਹੋ ਸਕਦੇ ਸਨ, ਜਿਹਨਾਂ ਕੋਲ ਕੌਨਫੀਡੈਂਸ ਸੀਗਾ, ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ। ਸੋ ਡੈਫੀਨਿਟਲੀ ਭਾਵੇਂ ਸੋਸ਼ਲ ਮੀਡੀਆ ਹੋਵੇ ਜਾਂ ਦੂਜਾ ਮੀਡੀਆ ਹੋਵੇ ਜਾਂ ਮੇਨ ਸਟ੍ਰੀਮ ਮੀਡੀਆ ਹੋਵੇ, ਤੁਸੀਂ ਜ਼ਰੂਰ ਆਪਣੀ ਜਿਹੜੀ ਹੈ ਆਪਣੀ ਸਟੋਰੀ ਸ਼ੇਅਰ ਕਰੋ। ਉਸ ਤੋਂ ਇਲਾਵਾ ਫਰਸਟ ਐਂਡ ਫੋਰਮੋਸਟ ਜੇ ਇਦਾਂ ਦੀ ਕਾਲ ਆਉਂਦੀ ਹੈ ਕਾਲ ਦ ਪੁਲਿਸ, ਕਾਲ ਦ ਪੁਲਿਸ। ਪੁਲਿਸ ਇੱਥੇ ਬਹੁਤ ਉਹ ਆਪਣਾ ਕੰਮ ਕਰੇਗੀ। ਜਿੰਨੇ ਕੇਸਿਸ ਤੁਸੀਂ ਰਿਪੋਰਟ ਕਰੋਗੇ, ਜਿੰਨੇ ਨੰਬਰਸ ਤੁਸੀਂ ਰਿਪੋਰਟ ਕਰੋਗੇ, ਉਨੇ ਨੰਬਰਸ ਨੂੰ ਹੀ ਟਰੈਕ ਕੀਤਾ ਜਾਵੇਗਾ ਤੇ ਸ਼ਾਇਦ ਕਿਸੇ ਦੀ ਅਸੀਂ ਜਾਨ ਬਚਾ ਸਕਦੇ ਹਾਂ, ਉਹਨਾਂ ਦੇ ਪੈਸੇ ਬਚਾ ਸਕਦੇ ਹਾਂ। ਕਿਉਂਕਿ ਜਿਹੜੇ ਲੋਕ ਇੰਨੇ ਪੈਸੇ ਮੰਗ ਕੇ ਦਰਵਾਜ਼ਿਆਂ ਤੱਕ ਪਹੁੰਚ ਗਏ ਹਨ, ਪਤਾ ਨਹੀਂ ਅੱਗੇ ਕਿਸ ਲਿਮਿਟ ਤੱਕ ਜਾ ਸਕਦੇ ਹਨ। ਇੱਥੇ ਹਰਪ੍ਰੀਤ ਜੀ, ਹਨੇਹਾ ਜੀ, ਇਹ ਅਸੀਂ ਗੱਲ ਕਰ ਰਹੇ ਸੀਗੇ ਕਿ ਇਕੱਲੇ ਜਿਹੜੇ ਕੰਪਨੀਜ਼ ਹੈਗੀਆਂ ਉਹਨਾਂ ਤੱਕ ਸੀਮਿਤ ਨਹੀਂ ਹੈਗੀ। ਆਨਲਾਈਨ ਬਹੁਤ ਸਾਰੀਆਂ ਕੰਪਨੀਜ਼ ਹੈਗੀਆਂ ਜਿਹੜਾ ਕੈਨੇਡਾ ਦੇ ਇਮੀਗ੍ਰੇਸ਼ਨ ਦੇ ਨਾਮ ਦੇ ਉੱਤੇ ਵੀ ਫਰਾਡ ਬਹੁਤ ਜ਼ਿਆਦਾ ਕਰਦੀਆਂ ਆ, ਵਰਕ ਪਰਮਿਟ ਦਿਵਾਉਣ ਦੇ ਉੱਤੇ, ਹਾਈ ਪੇਇੰਗ ਜੌਬਸ ਕੈਨੇਡਾ ਦੇ ਵਿੱਚ ਦਿਵਾਉਣ ਦੇ ਲਈ। ਸੋ ਇਹ ਜਿਹੜੀਆਂ ਕੰਪਨੀਆਂ ਹੈਗੀਆਂ ਤੁਹਾਡੀ ਇਨਫੋਰਮੇਸ਼ਨ ਲੈ ਕੇ ਉਸ ਨੂੰ ਗਲਤ ਉਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਾਂ ਤੁਹਾਡੇ ਕੋਲ ਪੈਸੇ ਲੈ ਲਏ ਜਾਂਦੇ ਕਿ ਅਸੀਂ ਤੁਹਾਡਾ ਵਰਕ ਪਰਮਿਟ ਜਾਂ ਤੁਹਾਡੀ ਅਸੀਂ ਜਿਹੜੀ ਜੌਬ ਹੈਗੀ ਆ ਉਹ ਲਗਵਾ ਦੇਵਾਂਗੇ, ਤੁਸੀਂ ਸਾਨੂੰ ਇੰਨਾ ਅਮਾਊਂਟ ਜਿਹੜਾ ਹੈ ਉਹ ਪੇ ਕਰ ਦਿਓ। ਸੋ ਇਹ ਵੀ ਇੱਕ ਜਿਹੜਾ ਤਰੀਕਾ ਹੈਗਾ ਆ, ਜਿਹੜੇ ਸਾਡੇ ਰਿਲੇਟਿਵਸ ਜਾਂ ਦੋਸਤ ਮਿੱਤਰ ਇੰਡੀਆ ਬੈਠੇ ਹੈਗੇ ਆ ਉਹਨਾਂ ਦੇ ਲਈ ਵੀ ਇੱਕ ਹਾਈਲਾਈਟ ਹੈਗਾ ਹੈ ਕਿ ਹਾਂਜੀ ਤੁਸੀਂ ਵੀ ਧਿਆਨ ਰੱਖਣਾ ਹੈ ਕਿ ਇਹ ਇਦਾਂ ਦੀ ਘਟਨਾ ਜਿਹੜੀ ਹੈ ਤੁਸੀਂ ਵੀ ਕਿਸੇ ਕੰਪਨੀ ਨੂੰ ਇਦਾਂ ਡਾਇਰੈਕਟਲੀ ਪੇ ਨਹੀਂ ਕਰਨੇ। ਕੈਨੇਡਾ ਦੇ ਵਿੱਚ ਕੋਈ ਵੀ ਇਦਾਂ ਦੀ ਜਿਹੜੀ ਫੈਸਿਲਿਟੀ ਜਿਹੜੀ ਹੈਗੀ ਆ ਉਹ ਨਹੀਂ ਹੈਗੀ ਜਿਹਦੇ ਥਰੂ ਅਸੀਂ ਇਹ ਜੌਬਸ ਜਾਂ ਵਰਕ ਪਰਮਿਟ ਇਸ਼ੂ ਕੀਤੇ ਜਾ ਸਕਣ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਕੋਸ਼ਿਸ਼ ਪਸੰਦ ਆਈ ਹੋਊਗੀ। ਹਮੇਸ਼ਾ ਦੀ ਤਰ੍ਹਾਂ ਜੇ ਤੁਹਾਡਾ ਕੋਈ ਸੁਝਾਅ ਜਾਂ ਕੁਐਸਚਨ ਹੋਣ ਤੁਸੀਂ ਹੇਠ ਲਿਖੇ ਫੋਨ ਨੰਬਰ ਜਾਂ ਈਮੇਲ ਦੇ ਨਾਲ ਸਾਨੂੰ ਕੰਟੈਕਟ ਕਰ ਸਕਦੇ ਜੋ। ਇੱਥੇ ਦਿਓ ਇਜਾਜ਼ਤ, ਧੰਨਵਾਦ।